Shri Nanak Pad Pankaj Bandan Pad Pankaj Bandana Simara Angad Dokh Nikandana Amar Das Gur Hridaya Hirdaya Ramdas Gun Gavo Shri Arjuna Vignan Ke Nashak Vignan Ke Nashak Har Gobind Sob Samat Prakashak Shri Har Rai Nam Kar Jori Nam Kar Jori Gaur Har Krishna Manaye Behori Teg Bahadur Param Kirpala Param Kirpala Shri Guru Gobind Singh Visala Taro Tara Par Puna Puna Sisa Puna Puna Sisa Vando Bar Bar Jagadisa जिस माह अमृत ज्ञान है मानक भगत वैराग गुरु ग्रंथ साहिब ओदद बंदा कर अनुराग श्री गुर शब्द कमाई जिन जीते पंच विकार तिन संतन का बंदना सिर चरणन पर तार तिन संतन का बंदना सिर चरणन पर तार पतत पावन भगत वशल कृपा निधान रहमतां दे सागर मेरी तेरी जय मालक साहिब श्री गुरु हरगोबिंद साहिब जियां दे पावन और पवित्र दरबार अंदर साहिब श्री गुरु ग्रंथ साहिब जियां दे चरण पर सरही गुरु रूप गुरु खालसा साध संगत जी सतगुरां की अपार कृपा बख्शिश रहमत का सदका सत संगत दियां अमोलक घड़ियां की बख्शिश होई है। आग इतिहास दियां विचारां की सांझ पाउण तो पहला गुरुदेव सतगुरां द्वारा बख्शिश की गई फतेह दोहराइए आग्ञा पाउंदे आखिए जी वाहिगुरु जी का खालसा वाहिगुरु जी की फतेह। धन साहिब श्री गुरु हरगोबिंद साहिब जियां दा पवित्र इतिहास श्रवण कर रहे हैं। जिस समय धन साहिब श्री गुरु हरगोबिंद साहिब जियां की उम्र तकरीबन 5 साल है और सच्चे पातशाह महाराज जियां नूं भयानक बीमारी ने आ घेरिया है जिसनों असीं टाईफाइड कहते हाँ। उसने सारे ही शरीर को ग्रस लिया है
ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀਆਂ ਦੇ ਸਰੀਰ ਦੇ ਉੱਪਰ ਟਾਈਫਾਇਡ ਦੇ ਦਾਣੇ ਨਿਕਲ ਆਏ ਨੇ ਔਰ ਸਾਰਾ ਹੀ ਸਰੀਰ ਲਾਲ ਸੂਹਾ ਹੋ ਗਿਆ। ਧੰਨ ਮਾਤਾ ਗੰਗਾ ਜੀ ਆਪਣੇ ਪੁੱਤਰ ਬਾਲਕ ਹਰਗੋਬਿੰਦ ਨੂੰ ਵੇਖ ਵੇਖ ਕੇ ਚਿੰਤਾ ਕਰ ਰਹੇ ਨੇ। ਨਾ ਕੁਝ ਛਕਦੇ ਨੇ, ਨਾ ਕੁਝ ਪੀਂਦੇ ਨੇ, ਖਾਂਦੇ ਨੇ, ਨਾ ਹੀ ਕਿਸੇ ਨਾਲ ਬੋਲਦੇ। ਮਾਨੋ ਸਾਰੇ ਹੀ ਘਰ ਦੇ ਵਿੱਚ ਉਦਾਸੀ ਛਾਈ ਹੋਈ ਹੈ। ਦਾਸ ਦਾਸੀਆਂ ਨੇ ਜਾ ਕਰਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੂੰ ਬੇਨਤੀ ਕੀਤੀ ਹੈ ਕਿ ਸੱਚੇ ਪਾਤਸ਼ਾਹ, ਮਾਤਾ ਗੰਗਾ ਜੀ ਤੇ ਬਿਲਕੁਲ ਹੀ ਕੁਝ ਛਕਦੇ ਨਹੀਂ, ਸੌਂਦੇ ਨਹੀਂ, ਸਾਰਾ ਦਿਨ ਸਾਰੀ ਰਾਤ ਬਾਲਕ ਹਰਗੋਬਿੰਦ ਦੇ ਸਰਾਣੇ ਬੈਠ ਕਰਕੇ ਬਤੀਤ ਕਰ ਦਿੰਦੇ। ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਆਪਣੀ ਪਤਨੀ ਮਾਤਾ ਗੰਗਾ ਨੂੰ ਸਮਝਾਉਂਦੇ ਹੋਏ ਇਸ ਪ੍ਰਕਾਰ ਸੰਗਤ ਜੀ ਕਹਿੰਦੇ ਨੇ ਕਿ ਗੰਗਾ, ਜੋ ਜੀਵਨ ਦੇ ਅੰਦਰ ਦੁੱਖ ਹੈ ਔਰ ਸੁੱਖ ਹੈ ਉਹ ਮਨੁੱਖ ਨੂੰ ਮਿਲ ਕੇ ਹੀ ਰਹਿੰਦੇ ਨੇ। ਇਸ ਲਈ ਤੂੰ ਚਿੰਤਾ ਕਰਨੀ ਛੱਡ, ਉਸ ਅਕਾਲ ਪੁਰਖ ਵਾਹਿਗੁਰੂ ਦੀ ਅਰਾਧਨਾ ਕਰ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਦੇ ਚਰਨਾਂ ਪਾਸ ਬੇਨਤੀਆਂ ਕਰਿਆ ਕਰ, ਜਿਸ ਨੇ ਇਸ ਸੁੱਕ ਰਹੇ ਸਰੀਰ ਨੂੰ ਮੁੜ ਹਰਿਆ ਭਰਿਆ ਕਰਨਾ। ਧੰਨ ਮਾਤਾ ਗੰਗਾ ਜੀ ਬੇਨਤੀ ਕਰਦੇ ਕਹਿਣ ਲੱਗੇ, ਪਤੀ ਪਰਮੇਸ਼ਰ ਜੀ, ਕਿਵੇਂ ਚਿੰਤਾ ਨਾ ਹੋਵੇ। ਪਹਿਲੇ ਕਿੰਨਾ ਸਮਾਂ ਸਾਡੇ ਬਾਲਕ ਬੱਚਾ ਨਹੀਂ ਹੋਇਆ, ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਕਿਰਪਾ ਕੀਤੀ, ਸੁੰਦਰ ਸੋਹਣਾ ਬਾਲਕ ਦੀ ਪ੍ਰਾਪਤੀ ਹੋਈ ਹੈ, ਜਿਸ ਨੂੰ ਮੈਂ ਵੇਖ ਵੇਖ ਜਿਉਂਦੀ ਹਾਂ। ਇਸ ਪ੍ਰਕਾਰ ਹੁਣ ਉਹ ਵੀ ਮੰਜੇ ਤੇ ਪਿਆ ਹੈ। ਜਿਹੜਾ ਰੋਗ ਹੈ ਘਟਣ ਦਾ ਨਾਮ ਨਹੀਂ ਲੈਂਦਾ, ਵੱਧਦਾ ਹੀ ਜਾਂਦਾ ਹੈ। ਮੇਰੇ ਪੁੱਤਰ ਦਾ ਚੰਦਰਮੇ ਵਰਗਾ ਜੋ ਮੁਖ ਸੀ ਉਹ ਮੁਰਝਾ ਗਿਆ ਹੈ। ਹੱਸਦਾ ਖੇਡਦਾ ਦੌੜਦਾ ਖਾਂਦਾ ਪੀਂਦਾ ਬਿਲਕੁਲ ਹੀ ਸ਼ਾਂਤ ਹੋ ਕਰਕੇ ਨੇਤਰ ਵੀ ਨਹੀਂ ਖੋਲ੍ਹਦਾ, ਵੇਖਦਾ ਵੀ ਨਹੀਂ, ਕੁਝ ਬੋਲਦਾ ਵੀ ਨਹੀਂ। ਇੱਦਾਂ ਕੇਵਲ ਸਵਾਸ ਚੱਲ ਰਹੇ ਨੇ। ਮੁਰਦੇ ਦੀ ਨਿਆਈ ਹੋ ਕਰਕੇ ਬਾਲਕ ਮੰਜੇ ਤੇ ਪਿਆ ਹੈ ਔਰ ਤੁਸੀਂ ਕਹਿੰਦੇ ਹੋ ਚਿੰਤਾ ਨਾ ਕਰੋ। ਇਸ ਪ੍ਰਕਾਰ ਸੰਗਤ ਜੀ ਧੰਨ ਮਾਤਾ ਗੰਗਾ ਜੀ ਗੁਰੂ ਅਰਜਨ ਦੇਵ ਪਾਤਸ਼ਾਹ ਜੀਆਂ ਨੂੰ ਬੇਨਤੀਆਂ ਕਰ ਰਹੇ ਨੇ। ਉਧਰ ਦੂਸਰੇ ਪਾਸੇ ਜੋ ਪ੍ਰਤੀਆ ਚੰਦ ਹੈ ਉਹ ਖੁਸ਼ੀ ਦੇ ਵਿੱਚ, ਇਹਦਾ ਆਨੰਦ ਦੇ ਵਿੱਚ ਆਇਆ ਹੋਇਆ ਹੈ। ਬੜੀ ਖੁਸ਼ੀ ਮਨਾ ਰਿਹਾ ਹੈ ਕਿ ਹੁਣ ਬਾਲਕ ਹਰਗੋਬਿੰਦ ਨਹੀਂ ਬਚੇਗਾ, ਇਸ ਦੇ ਪ੍ਰਾਣ ਨਿਕਲ ਜਾਵਣਗੇ ਤੇ ਜੋ ਸਾਰਾ ਧਨ ਪਦਾਰਥ ਹੈ ਉਹ ਸਾਨੂੰ ਪ੍ਰਾਪਤ ਹੋ ਜਾਵੇਗਾ। ਕਰਮੋਂ ਵੀ ਬੜੀਆਂ ਖੁਸ਼ੀਆਂ ਮਨਾਉਂਦੀ ਹੈ। ਆਪਣੇ ਘਰ ਵਿੱਚ ਬੈਠ ਕਰਕੇ ਪਤਾ ਲੈਣ ਆਉਂਦੇ ਨੇ, ਪਰ ਸੰਗਤ ਜੀ ਉਤਲੇ ਮਨੋਂ ਦੁੱਖ ਸਾਂਝਾ ਕਰਦੇ। ਹਿਰਦੇ ਅੰਦਰ ਦੇ ਬੜੀ ਖੁਸ਼ੀ ਆਈ, ਉਤਲੇ ਮਨੋਂ ਦੁੱਖ ਜਿਹਾ ਸਾਂਝਾ ਕਰਦੇ। ਜੋ ਮਹਾਦੇਵ ਹੈ ਧੰਨ ਗੁਰੂ ਅਰਜਨ ਦੇਵ ਜੀਆਂ ਦਾ ਭਰਾ, ਉਹ ਵੀ ਬੜੀ ਚਿੰਤਾ ਕਰਦਾ ਹੈ ਕਿ ਬਾਲਕ ਹਰਗੋਬਿੰਦ ਕਿਵੇਂ ਨਾ ਕਿਵੇਂ ਠੀਕ ਹੋ ਜਾਵੇ। ਬੜੇ ਗੁਰੂ ਕੇ ਸਿੱਖ ਗੁਰਬਾਣੀ ਪੜ੍ਹਦੇ, ਅਰਦਾਸਾਂ ਕਰਦੇ। ਜੋ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਨਾਲ ਪ੍ਰੇਮ ਕਰਨ ਵਾਲੇ ਪੰਡਤ ਬ੍ਰਾਹਮਣ ਲੋਕ ਨੇ, ਉਹ ਵੀ ਮੰਦਿਰਾਂ ਵਿੱਚ ਜਾ ਕਰਕੇ ਪੂਜਾ ਕਰਦੇ, ਭਲੇ ਦੀ ਬੇਨਤੀ ਕਰਦੇ, ਅਰਦਾਸ ਕਰਦੇ ਕਿ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦਾ ਪੁੱਤਰ ਸਲਾਮਤ ਹੋ ਜਾਵੇ, ਇਹ ਰੋਗ ਹਟ ਜਾਵੇ। ਇੱਦਾਂ ਹੀ ਸੰਗਤ ਜੀ ਕਵੀ ਜੀ ਕਹਿੰਦੇ ਕਈ ਦਿਨ ਬਤੀਤ ਹੋਏ, ਜਿਸ ਦਿਨ 6ਵੇਂ ਦਿਨ ਦੀ ਰਾਤ ਢਲੀ ਹੈ, 6ਵੇਂ ਦਿਨ ਦੀ ਸ਼ਾਮ ਢਲੀ ਹੈ, ਰਾਤਰੀ ਆਈ ਹੈ ਤੇ ਗੁਰੂ ਨਾਨਕ ਪਾਤਸ਼ਾਹ ਨੇ ਕਿਰਪਾ ਕੀਤੀ ਹੈ। ਬਾਲਕ ਹਰਗੋਬਿੰਦ ਨੇ ਨੇਤਰ ਖੋਲ੍ਹੇ ਔਰ ਸੰਗਤ ਜੀ ਥੋੜਾ ਜਿਹਾ ਇੱਦਾਂ ਦਲੀਆ ਵੀ ਛਕਿਆ ਹੈ, ਹਲਕਾ ਜਿਹਾ। ਧੰਨ ਮਾਤਾ ਗੰਗਾ ਜੀ ਬੜੀ ਖੁਸ਼ੀ ਮਨਾਈ ਹੈ, ਪ੍ਰਸੰਨ ਹੋਏ ਨੇ। ਔਰ ਵੇਂਦੇ ਵੇਂਦੇ ਰਾਤਰੀ ਨੂੰ ਸੰਗਤ ਜੀ 6 ਤਰੀਕ ਦੀ ਰਾਤਰੀ ਨੂੰ, 6ਵੇਂ ਦਿਨ ਦੀ ਰਾਤਰੀ ਨੂੰ ਔਰ 7ਵੇਂ ਦਿਨ ਦੀ ਸਵੇਰ ਤੱਕ ਜਿਹੜੇ ਸਰੀਰ ਦੇ ਉੱਪਰ ਦਾਣੇ ਹੋਏ ਸਨ ਟਾਈਫਾਇਡ ਦੇ, ਸਾਰੇ ਹੀ ਅਲੋਪ ਹੋਣ ਲੱਗੇ ਨੇ, ਸਾਰੇ ਹੀ ਮਿਟਣ ਲੱਗੇ ਨੇ।
ਇਹਦਾ ਸੰਗਤ ਜੀ ਜਦੋਂ 7ਵੇਂ ਦਿਨ ਦੀ ਸ਼ਾਮ ਢਲੀ ਹੈ ਤੇ ਬਾਲਕ ਹਰਗੋਬਿੰਦ ਜੀ ਬਿਲਕੁਲ ਠੀਕ ਹੋ ਗਏ। ਧੰਨ ਮਾਤਾ ਗੰਗਾ ਜੀਆਂ ਨੇ ਆਪਣੇ ਪੁੱਤਰ ਨੂੰ ਨਵਾਇਆ ਹੈ, ਧਵਾਇਆ ਹੈ, ਸੁੰਦਰ ਵਸਤਰ ਪਹਿਨਾਏ ਔਰ ਸੋਹਣਾ ਸੁਆਦਲਾ ਭੋਜਨ ਛਕਾਉਣਾ ਕੀਤਾ ਹੈ ਹਲਕਾ ਜਿਹਾ। ਇਹਦਾ ਸੰਗਤ ਜੀ ਸਾਰੇ ਹੀ ਪਰਿਵਾਰ ਨੇ ਜਦੋਂ ਬਹੁਤਾ ਉਤਸ਼ਾਹ ਕੀਤਾ ਹੈ ਤੇ ਜਿਹੜੇ ਦਾਸ ਹਨ ਬਾਲਕ ਹਰਗੋਬਿੰਦ ਨੂੰ ਗੋਦੀ ਚੁੱਕ ਕਰਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਕੋਲ ਲੈ ਕੇ ਗਏ। ਜਦੋਂ ਇਸ ਪ੍ਰਕਾਰ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਆਪਣੀ ਗੋਦ ਵਿੱਚ ਬਾਲਕ ਨੂੰ ਬਿਠਾਇਆ ਹੈ, ਉੱਥੇ ਗੌੜੀ ਰਾਗ ਦੇ ਅੰਦਰ ਸ਼ਬਦ ਉਚਾਰਨ ਕੀਤਾ ਹੈ। ਨੇਤਰ ਪ੍ਰਗਾਸ ਕੀਆ ਗੁਰਦੇਵ ਭਰਮ ਗਏ ਪੂਰਨ ਪੈਸੇ। ਕਿ ਅਕਾਲ ਪੁਰਖ ਵਾਹਿਗੁਰੂ ਨੇ ਐਸੀ ਕਿਰਪਾ ਕੀਤੀ ਹੈ ਜੋ ਹਿਰਦੇ ਅੰਦਰ ਦਾਸ ਦਾਸੀਆਂ ਦੇ ਜਾਂ ਮਾਤਾ ਗੰਗਾ ਜੀਆਂ ਦੇ ਭਰਮ ਭੁਲੇਖੇ ਸਨ ਕਿ ਇਹਨਾਂ ਦੀਆਂ ਅੱਖਾਂ ਦੇ ਉੱਪਰ ਵੀ ਇਹ ਟਾਈਫਾਇਡ ਨਿਕਲ ਆਇਆ ਹੈ, ਕਿਤੇ ਅੱਖਾਂ ਦੀ ਰੋਸ਼ਨੀ ਨਾ ਚਲੀ ਜਾਵੇ, ਕੋਈ ਨੁਕਸਾਨ ਨਾ ਹੋ ਜਾਵੇ। ਪਰ ਗੁਰੂ ਨਾਨਕ ਪਾਤਸ਼ਾਹ ਨੇ ਰੱਖਿਆ ਕੀਤੀ। ਨੇਤਰ ਪ੍ਰਗਾਸ ਕੀਆ ਗੁਰਦੇਵ ਸਤਿਗੁਰਾਂ ਨੇ ਨੇਤਰ ਖੋਲ੍ਹਣ ਦੀ ਬਾਲਕ ਨੂੰ ਸ਼ਕਤੀ ਬਖਸ਼ੀ ਹੈ। ਭਰਮ ਗਏ ਪੂਰਨ ਪੈਸੇ। ਜਿਹੜੀ ਹੁਣ ਤੱਕ ਅਸੀਂ ਸੇਵਾ ਕੀਤੀ ਹੈ, ਸਿਮਰਨ ਕੀਤਾ ਹੈ, ਉਹ ਸਾਰਾ ਹੀ ਦਰਗਾਹ ਵਿੱਚ ਪ੍ਰਵਾਨ ਹੋਇਆ ਹੈ। ਸੀਤਲਾ ਤੇ ਰੱਖਿਆ ਬਿਹਾਰੀ। ਜਿਹੜੀ ਇਹ ਸੀਤਲਾ ਹੈ, ਮਾਤਾ ਹੈ, ਟਾਈਫਾਇਡ ਨਿਕਲਿਆ ਸੀ, ਇਹਦੇ ਕੋਲੋਂ ਜਿਹੜਾ ਸਾਰੇ ਸੰਸਾਰ ਦਾ ਕਾਰ ਵਿਹਾਰ ਕਰਨ ਵਾਲਾ ਪਰਮੇਸ਼ਰ ਹੈ, ਉਸ ਨੇ ਰੱਖਿਆ ਕੀਤੀ। ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ। ਇੱਕ ਅਕਾਲ ਪੁਰਖ ਵਾਹਿਗੁਰੂ ਜੀ ਨੇ ਕਿਰਪਾ ਧਾਰਨ ਕੀਤੀ ਹੈ। ਇਸ ਪ੍ਰਕਾਰ ਸੰਗਤ ਜੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਇਹ ਸ਼ਬਦ ਉਚਾਰਨ ਕੀਤਾ ਹੈ, ਇਹ ਪੌੜੀ ਲਿਖੀ ਹੈ। ਔਰ ਸੰਗਤ ਜੀ ਅੱਜ ਵੀ ਕਿਸੇ ਨੂੰ ਟਾਈਫਾਇਡ ਹੋ ਜਾਵੇ, ਇਹ ਮਾਤਾ ਨਿਕਲ ਆਵੇ ਤੇ ਕਿਤੇ ਭੱਜਣ ਦੀ ਲੋੜ ਨਹੀਂ, ਦੌੜਨ ਦੀ ਲੋੜ ਨਹੀਂ, ਚਿੰਤਾ ਦੀ ਲੋੜ ਨਹੀਂ। ਇਹ ਜੋ ਗੌੜੀ ਰਾਗ ਦਾ ਸ਼ਬਦ ਹੈ, ਇਸ ਨੂੰ ਵੱਧ ਤੋਂ ਵੱਧ ਜਪਿਆ ਜਾਵੇ, ਪੜ੍ਹਿਆ ਜਾਵੇ, ਇਕੱਠ ਕਰਕੇ ਇਸ ਦਾ ਆਰਾਧਨ ਕੀਤਾ ਜਾਵੇ ਤੇ ਵੇਖਦੇ ਵੇਖਦੇ ਹੀ ਜੋ ਟਾਈਫਾਇਡ ਦੀ ਭਿਆਨਕ ਬਿਮਾਰੀ ਹੈ, ਇਹ ਆਪਣੇ ਆਪ ਹੀ ਮਗਰ ਮੁੜ ਜਾਵੇ। ਐਸੀ ਸੱਚੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਗੁਰਬਾਣੀ ਅੰਦਰ ਸ਼ਕਤੀ ਹੈ ਜੋ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਸ਼ਬਦ ਉਚਾਰਨ ਕੀਤਾ ਹੈ। ਇੱਥੋਂ ਤੱਕ ਪਿਛਲੀਆਂ ਕਥਾ ਵਿਚਾਰਾਂ ਆਈਆਂ ਸਨ। ਆਓ ਜਿਸ ਪ੍ਰਕਾਰ ਅੱਗੇ ਗੁਰ ਇਤਿਹਾਸ ਆਉਂਦਾ ਹੈ, ਮਨ ਚਿਤ ਬਿਰਤੀਆਂ ਇਕਾਗਰ ਕਰੀਏ, ਸ਼ਰਧਾ ਭਾਵਨਾ ਦੇ ਨਾਲ ਗੁਰ ਇਤਿਹਾਸ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਸਰਾ ਪੁਨ ਗੰਗਾ ਮਨ ਬੋਧ ਕਰ, ਚਹਿਤ ਸੀਤਲਾ ਪੂਜ, ਸਭ ਤਿਆਰੀ ਕਰਵਾਏ ਕਰ, ਲੈ ਸੁਧ ਜਨ ਸਸ ਦੂਜ। ਪੁਨ ਗੰਗਾ ਮਨ ਬੋਧ ਕਰ, ਚਹਿਤ ਸੀਤਲਾ ਪੂਜ। ਧੰਨ ਮਾਤਾ ਗੰਗਾ ਜੀ ਪੁੱਤਰ ਬਾਲਕ ਨੂੰ ਠੀਕ ਹੋਇਆ ਵੇਖ ਕਰਕੇ ਬਾਲਕ ਹਰਗੋਬਿੰਦ ਨੂੰ ਇਸ ਭਿਆਨਕ ਬਿਮਾਰੀ ਤੋਂ ਆਰਾਮ ਆਇਆ ਵੇਖ ਕਰਕੇ ਪੁਨ ਗੰਗਾ ਪੁਨ ਬੋਧ ਕਰ ਹਿਰਦੇ ਅੰਦਰ ਬੜੀ ਪ੍ਰਸੰਨ ਹੋਈ ਹੈ, ਬੜੀ ਪਰਮੇਸ਼ਰ ਦੀ ਸ਼ੁਕਰਗੁਜ਼ਾਰ ਹੋਈ ਹੈ। ਚਾਹਤ ਸੀਤਲਾ ਪੂਜ, ਜਿਸ ਪਰਮੇਸ਼ਰ ਦੀ ਕਿਰਪਾ ਦੇ ਨਾਲ ਇਹ ਸੀਤਲਾ ਵਰਗੀ ਟਾਈਫਾਇਡ ਵਰਗੀ ਭੈੜੀ ਬਿਮਾਰੀ ਨੂੰ ਮੋੜ ਪਿਆ ਹੈ, ਉਸ ਅਕਾਲ ਪੁਰਖ ਵਾਹਿਗੁਰੂ ਦੀ ਪੂਜਾ ਕਰਨੀ, ਸ਼ੁਕਰਾਨਾ ਕਰਨਾ ਮਾਤਾ ਗੰਗਾ ਜੀ ਚਾਹੁੰਦੇ ਹਨ। ਸਭ ਤਿਆਰੀ ਕਰਵਾਏ ਕਰ, ਲੈ ਸੁਧ ਜਨ ਸਸ ਦੂਜ। ਇਸ ਪ੍ਰਕਾਰ ਧੰਨ ਮਾਤਾ ਗੰਗਾ ਜੀਆਂ ਨੇ ਦਾਸ ਦਾਸੀਆਂ ਨੂੰ ਕਹਿ ਕਰਕੇ ਸਾਰੀ ਤਿਆਰੀ ਕਰਵਾਈ ਹੈ ਕਿ ਜਾ ਕਰਕੇ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਜੋ ਪਵਿੱਤਰ ਅਸਥਾਨ ਹਰਿਮੰਦਰ ਸਾਹਿਬ ਹੈ, ਉੱਥੇ ਜਾ ਕਰਕੇ ਬਾਲਕ ਨੂੰ ਨਾਲ ਲੈ ਕਰਕੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕੀਤਾ ਜਾਵੇ। ਫਿਰ ਘੜੀ ਤੋਂ ਘੜੀ ਸਤਸੰਗਤ ਕੀਤੀ ਜਾਵੇ, ਦੇਗ ਕਰਵਾਈ ਜਾਵੇ, ਸੰਗਤਾਂ ਵਿੱਚ ਵੰਡੀ ਜਾਵੇ, ਬਹੁਤਾ ਦਾਨ ਪੁੰਨ ਕੀਤਾ ਜਾਵੇ। ਇਸ ਪ੍ਰਕਾਰ ਧੰਨ ਮਾਤਾ ਗੰਗਾ ਜੀਆਂ ਨੇ ਸਾਰੀ ਤਿਆਰੀ ਕਰਵਾਈ ਹੈ। ਪਾਦ
ਦੇ ਛੰਦ ਪਰਿਵਾਰ ਸਾਰਕ ਕਿਤਨਾ ਮਿਲਾਏ। ਧੰਨ ਮਾਤਾ ਗੰਗਾ ਜੀ ਚਾਹੁੰਦੇ ਨੇ ਕਿ ਸਾਰਾ ਪਰਿਵਾਰ ਹੀ ਸ਼ੁਕਰਾਨਾ ਕਰਨ ਵਾਸਤੇ ਨਾਲ ਚੱਲੇ, ਜਿਵੇਂ ਕਿ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਔਰ ਉਹਨਾਂ ਦੇ ਵੱਡੇ ਭਰਾਤਾ ਪ੍ਰਿਥੀਆ ਚੰਦ, ਉਸ ਦੀ ਪਤਨੀ ਬੀਬੀ ਕਰਮੋ ਜਾਂ ਮਹਾਦੇਵ, ਉਸ ਦਾ ਪਰਿਵਾਰ, ਭਾਵ ਜੋ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਸਾਰਾ ਪਰਿਵਾਰ ਹੈ, ਪੁੱਤ ਪੋਤਰੇ ਨੇ, ਉਹ ਸਾਰੇ ਇਕੱਠੇ ਹੋ ਕਰਕੇ ਸ਼ੁਕਰਾਨੇ ਲਈ ਜਾਵਣ ਜੀ। ਕਰਮੋ ਜਿਠਾਨ ਭੇਜੀ ਬੁਲਾਏ। ਫਿਰ ਇੱਕ ਦਾਸੀ ਘੱਲੀ ਹੈ ਮਾਤਾ ਗੰਗਾ ਜੀਆਂ ਨੇ ਕਰਮੋ ਦੇ ਘਰ ਪ੍ਰਿਥੀਆ ਚੰਦ ਦੇ ਘਰ। ਦਾਸੀ ਨੂੰ ਕਿਹਾ ਹੈ ਕਿ ਜਾ ਕਰਕੇ ਮੇਰੀ ਜਠਾਣੀ ਨੂੰ ਬੁਲਾ ਲਿਆਵੋ ਜੀ। ਸ੍ਰੀ ਹਰਗੋਬਿੰਦ ਇਸ਼ਨਾਨ ਕੀਨ। ਔਰ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀਆਂ ਦਾ ਧੰਨ ਮਾਤਾ ਗੰਗਾ ਜੀਆਂ ਨੇ ਸੁੰਦਰ ਉਜਲ ਜਲ ਦੇ ਨਾਲ ਇਸ਼ਨਾਨ ਕਰਵਾਇਆ ਹੈ। ਕੰਨਿਉ ਜਾਏ ਦਾਸੀ ਪਰਬੀਨ। ਔਰ ਜੋ ਧੰਨ ਮਾਤਾ ਗੰਗਾ ਜੀਆਂ ਨੇ ਦਾਸੀ ਘੱਲੀ ਸੀ ਪ੍ਰਿਥੀਆ ਚੰਦ ਦੇ ਘਰ, ਉਹਨੇ ਇਸ ਪ੍ਰਕਾਰ ਜਾ ਕੇ ਆਖਿਆ ਹੈ। ਦੁਰਗਾ ਸੁਪੂਜਨੇ ਜਾਤ ਮਾਤ। ਕਿ ਧੰਨ ਮਾਤਾ ਗੰਗਾ ਜੀਆਂ ਨੇ ਸੁਨੇਹਾ ਘੱਲਿਆ ਹੈ ਜੋ ਦੁਰ ਭਿਆਨਕ ਸਮੇਂ ਨੂੰ ਗਵਨ ਕਰਨ ਵਾਲਾ ਪਰਮੇਸ਼ਰ ਹੈ, ਅਕਾਲ ਪੁਰਖ ਵਾਹਿਗੁਰੂ ਹੈ, ਧੰਨ ਗੁਰੂ ਰਾਮਦਾਸ ਮਹਾਰਾਜ ਹਨ। ਧੰਨ ਮਾਤਾ ਗੰਗਾ ਜੀ ਸ਼ੁਕਰਾਨੇ ਲਈ ਜਾ ਰਹੇ ਨੇ ਹਰਿਮੰਦਰ ਸਾਹਿਬ। ਆਪ ਚਲਕੋ ਆਪ ਹੀ ਚੱਕੇ ਬੁਲਾਤ। ਔਰ ਮਾਤਾ ਗੰਗਾ ਜੀਆਂ ਨੇ ਬੀਬੀ ਕਰਮੋਂ ਸੁਨੇਹਾ ਘੱਲਿਆ ਹੈ ਕਿ ਸਾਰੇ ਪਰਿਵਾਰ ਨੇ ਹੀ ਜਾਣਾ ਹੈ, ਆਪ ਜੀ ਵੀ ਕਿਰਪਾ ਕਰਕੇ ਆਉਣਾ ਕਰੋ। ਸੁਣ ਕਰ ਦੁਖੀ ਸੋ ਹਿਰਦੈ ਕੋ ਭਾਗ। ਔਰ ਸੰਗਤ ਜੀ ਸੁਣ ਕਰਕੇ ਜੋ ਕਰਮੋ ਹੈ ਮਾਤਾ ਗੰਗਾ ਜੀਆਂ ਦੀ ਜਠਾਣੀ ਹੈ, ਬੜੀ ਦੁਖੀ ਹੋਈ ਹੈ, ਕਿਉਂਕਿ ਇਹ ਤਾਂ ਇਹ ਸੋਚਦੀ ਸੀ ਕਿ ਬਾਲਕ ਹਰਗੋਬਿੰਦ ਦੀ ਇਸ ਬਿਮਾਰੀ ਦੇ ਨਾਲ ਮੌਤ ਹੋ ਜਾਵੇ ਤੇ ਗੁਰਤਾ ਗੱਦੀ ਸਾਡੇ ਪੁੱਤ ਪੋਤਰਿਆਂ ਨੂੰ ਪ੍ਰਾਪਤ ਹੋ ਜਾਵੇ। ਜਦੋਂ ਜਾ ਕਰਕੇ ਦਾਸੀ ਨੇ ਦੱਸਿਆ ਹੈ ਕਿ ਇਸ ਪ੍ਰਕਾਰ ਬਾਲਕ ਹਰਗੋਬਿੰਦ ਤੰਦਰੁਸਤ ਹੋਏ ਨੇ, ਮਾਤਾ ਗੰਗਾ ਜੀ ਸਾਰੇ ਪਰਿਵਾਰ ਨੂੰ ਲਿਜਾ ਕਰਕੇ ਸ਼੍ਰੀ ਹਰਿਮੰਦਰ ਸਾਹਿਬ ਜੀਆਂ ਦੇ ਅੰਦਰ ਨਮਸਕਾਰਾਂ ਕਰਨੀਆਂ ਚਾਹੁੰਦੇ, ਅਰਦਾਸਾਂ ਕਰਨੀਆਂ ਚਾਹੁੰਦੇ ਹਨ। ਔਰ ਇਸ ਪ੍ਰਕਾਰ ਦਾਸੀ ਦੇ ਬੋਲ ਸੁਣ ਕਰਕੇ ਜੋ ਕਰਮੋ ਹੈ ਹਿਰਦੇ ਅੰਦਰ ਬੜਾ ਦੁੱਖ ਪਾਉਂਦੀ ਹੈ। ਜਨ ਦਸੀ ਸਰਪ ਇੱਕ ਚੜਨ ਲਾਗ। ਜਿਵੇਂ ਜਿਵੇਂ ਦਾਸੀ ਜਾ ਕਰਕੇ ਇਸ ਨੂੰ ਦੱਸਦੀ ਹੈ ਕਿ ਮਾਤਾ ਗੰਗਾ ਜੀਆਂ ਨੇ ਬੁਲਵਾਇਆ ਹੈ, ਮਾਨੋ ਕਵੀ ਜੀ ਕਹਿੰਦੇ ਜਿਵੇਂ ਕਿਸੇ ਨੂੰ ਸੱਪ ਨੇ ਡਸ ਲਿਆ ਹੋਵੇ ਤੇ ਹੌਲੀ ਹੌਲੀ ਜ਼ਹਿਰ ਚੜ੍ਹਦੀ ਜਾਂਦੀ ਹੈ, ਰੰਗ ਨੀਲਾ ਹੁੰਦਾ ਜਾਂਦਾ ਹੈ। ਇਸ ਪ੍ਰਕਾਰ ਇਹ ਕਰਮੋਂ ਨੂੰ ਈਰਖਾ ਦੀ ਜ਼ਹਿਰ ਚੜ੍ਹ ਰਹੀ ਹੈ ਔਰ ਸੰਗਤ ਜੀ ਇਸ ਦੇ ਮੁਖ ਤੋਂ ਖੁਸ਼ੀਆਂ ਉੱਡ ਰਹੀਆਂ ਹਨ। ਸੋਚਤ ਵਿਸਾਲ ਨਿਸ਼ਚਲ ਸਰੀਰ। ਇਹਦਾ ਸੰਗਤ ਜੀ ਸੋਚਾਂ ਸੋਚ ਰਹੀ ਹੈ, ਕਿਉਂਕਿ ਇਹਨੇ ਬੜੀਆਂ ਵੱਡੀਆਂ ਸੋਚਾਂ ਸੋਚੀਆਂ ਸੀ ਕਿ ਕਿਵੇਂ ਨਾ ਕਿਵੇਂ ਬਾਲਕ ਹਰਗੋਬਿੰਦ ਦੀ ਮੌਤ ਹੋ ਜਾਵੇ, ਫਿਰ ਇਹਦਾ ਮੇਰੇ ਪੁੱਤ ਪੋਤਰਿਆਂ ਨੂੰ ਸਾਰਾ ਕੁਝ ਪ੍ਰਾਪਤ ਹੋ ਜਾਵੇਗਾ। ਪਰ ਜਦੋਂ ਸੁਣਿਆ ਹੈ ਕਿ ਬਾਲਕ ਹਰਗੋਬਿੰਦ ਦਾ ਸਰੀਰ ਨਿਸ਼ਚਲ ਹੈ, ਚਲਾਇਮਾਨ ਤੋਂ ਰਹਿਤ ਹੈ, ਸੱਚੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਬਿਲਕੁਲ ਠੀਕ ਹੋਏ ਨੇ। ਜਾਤ ਦ੍ਰਿੜ ਗੂੜ ਤੀਰ। ਸੰਗਤ ਜੀ ਸੁਣ ਕਰਕੇ ਕਰਮੋਂ ਤੋਂ ਉੱਠਿਆ ਨਹੀਂ ਜਾਂਦਾ। ਈਰਖਾ ਦੀ ਢਿੱਡ ਦੇ ਵਿੱਚ ਪੀੜ ਹੋ ਰਹੀ ਹੈ, ਜਿਵੇਂ ਕਿਸੇ ਦੇ ਗੁੱਝੀ ਪੀੜ ਹੁੰਦੀ ਹੈ ਨਾ, ਤੁਰਿਆ ਨਹੀਂ ਜਾਂਦਾ, ਮੰਜੇ ਤੇ ਪਿਆ ਹੀ ਇੱਧਰ ਉੱਧਰ ਪਾਸੇ ਮਾਰਦਾ ਹੈ। ਇਹ ਤਾਂ ਇਸ ਕਰਮੋਂ ਦੀ ਹਾਲਤ ਹੋਈ ਹੈ। ਪੁੰਨ ਕਿਤ ਦੇਰ ਮਹਿ ਹੋਏ ਤਿਆਰ। ਸੰਗਤ ਜੀ ਹੁਣ ਜਾਣਾ ਤਾਂ ਪੈਣਾ ਸੀ ਜਦੋਂ ਸੁਨੇਹਾ ਆਇਆ ਹੈ, ਜੇਕਰ ਨਾ ਜਾਂਦੀ ਤੇ ਫਿਰ ਤਾਂ ਇਸ ਪ੍ਰਕਾਰ ਪਤਾ ਲੱਗ ਜਾਣਾ ਸੀ ਕਿ ਇਹ ਖੁਸ਼ ਨਹੀਂ ਹੈ ਸਾਡੇ ਬਾਲਕ ਤੇ ਠੀਕ ਹੋਣ ਤੇ। ਸੰਗਤ ਜੀ ਫਾਰਮੈਲਿਟੀ ਜੀ ਕਰਦੀ ਹੋਈ ਇਹ ਕਰਮੋਂ ਬੜੀ ਦੇਰੀ ਜੀ ਲਾ ਕਰਕੇ ਤਿਆਰ ਹੋਈ ਹੈ। ਵਸਤਰ ਕੁਛ ਰੰਗਦਾਰ। ਫਿਰ ਵੀ ਸੰਗਤ ਜੀ ਚਾਅ ਜਿਹਾ ਕਰਕੇ ਤਿਆਰ ਨਹੀਂ ਹੋਈ।
ਇਦਾਂ ਜਿਹੜੇ ਵਸਤਰ ਨੇ ਉਹ ਫਿੱਕੇ ਜਿਹੇ ਰੰਗਾਂ ਦੇ ਪਹਿਨੇ ਨੇ, ਕੁਛ ਰੰਗਦਾਰ ਨਵੇਂ ਵਸਤਰ ਨਹੀਂ ਪਹਿਨੇ ਜੀ। ਨਿੱਕੇ ਅਲੰਕਾਰ ਫਿਰੇ ਸੁਚਾਰ, ਔਰ ਨਾ ਹੀ ਕੋਈ ਹਾਰ ਸ਼ਿੰਗਾਰ ਕੀਤਾ ਹੈ, ਕੋਈ ਗਹਿਣਾ ਗੱਟਾ ਵੀ ਨਹੀਂ ਪਾਇਆ ਜੀ। ਚਲ ਗਈ ਸਦਨ ਇਹ ਬ੍ਰਿੰਦ ਨਾਰ, ਨਾ ਚਾਹੁੰਦੀ ਹੋਈ ਵੀ ਇਹ ਬੀਬੀ ਕਰਮੋਂ ਇਸ ਪ੍ਰਕਾਰ ਆਪਣੇ ਘਰ ਤੋਂ ਧੰਨ ਮਾਤਾ ਗੰਗਾ ਜੀਆਂ ਦੇ ਗ੍ਰਹਿ ਚਲ ਆਈ ਹੈ, ਜਿੱਥੇ ਬੜੀਆਂ ਬੀਬੀਆਂ ਇਕੱਠੀਆਂ ਹੋਈਆਂ ਨੇ। ਦਾਸੀ ਕਿਤਕ ਜਹਲੀ ਸੰਗ, ਇਹਨਾਂ ਕੁਝ ਗਦਾਸੀਆਂ ਵੀ ਆਪਣੇ ਨਾਲ ਆਪਣੇ ਘਰੋਂ ਲੈ ਕੇ ਗਈ ਹੈ। ਮਿਲ ਰੱਖੀ ਬੈਠ ਨਵੇਂ ਨਿਕ ਗੰਗ, ਜਾ ਕਰਕੇ ਧੰਨ ਮਾਤਾ ਗੰਗਾ ਜੀ ਜਿੱਥੇ ਬੈਠੇ ਨੇ ਉਧਰ ਨੂੰ ਗਈ ਹੈ। ਮਾਤਾ ਗੰਗਾ ਜੀਆਂ ਨੇ ਬੜੇ ਪ੍ਰੇਮ ਦੇ ਨਾਲ ਆਪਣੇ ਕੋਲ ਆਪਣੇ ਬਰਾਬਰ ਹੀ ਪਲੰਗ ਤੇ ਬਿਠਾਇਆ ਹੈ। ਸ੍ਰੀ ਹਰਗੋਬਿੰਦ ਲੈ ਗੋਦ ਮਾਏ, ਇਸ ਪ੍ਰਕਾਰ ਫਿਰ ਧੰਨ ਮਾਤਾ ਗੰਗਾ ਜੀਆਂ ਨੇ ਬਾਲਕ ਹਰਗੋਬਿੰਦ ਨੂੰ ਗੋਦ ਲੈ ਕਰਕੇ ਕਰਮ ਚਰਨ ਮਸਤਕ ਟਿਕਾਏ, ਇਸ ਪ੍ਰਕਾਰ ਕਰਮੋਂ ਨੂੰ ਵੱਡਿਆ ਜਾਣ ਕਰਕੇ ਸਤਿਕਾਰ ਕੀਤਾ ਹੈ। ਬਾਲਕ ਹਰਗੋਬਿੰਦ ਦਾ ਮੱਥਾ ਇਸ ਪ੍ਰਕਾਰ ਕਰਮੋਂ ਦੇ ਚਰਨਾਂ ਤੇ ਟਿਕਾਉਣਾ ਕੀਤਾ ਹੈ। ਔਰ ਕਪਟ ਸੁਮੁਕਤੇ ਬਚਪਨ ਅੰਤ, ਹਿਰਦੇ ਅੰਦਰ ਤੇ ਸੰਗਤ ਜੀ ਕਪਟ ਹੈ, ਜ਼ਹਿਰ ਹੈ, ਪਰ ਮੁਖ ਤੋਂ ਇਸ ਪ੍ਰਕਾਰ ਇਹ ਨਾ ਚਾਹੁੰਦੀਆਂ ਵੀ ਝੂਠੇ ਬਚਨ ਕਰਦੀ ਹੈ। ਚਿਰੰਜੀਵ ਹੋਤੋ ਸੁਦਰ ਸੁਭੰਤ, ਆਸ਼ੀਰਵਾਦ ਦਿੰਦੀ ਹੈ ਕਿ ਮਾਤਾ ਗੰਗਾ ਜੀ ਆਪ ਜੀਆਂ ਦਾ ਜੋ ਇਹ ਬਾਲਕ ਹੈ ਲੰਬੀ ਉਮਰ ਜੀਵੇ ਔਰ ਇਸ ਪ੍ਰਕਾਰ ਸੁੰਦਰ ਸੋਭਾ ਵਾਲਾ ਹੋਵੇ ਜੀ। ਦਾਸ ਪ੍ਰਿਥਿਆ ਪੁੰਨ ਬੁਲਾਏ, ਫਿਰ ਸੰਗਤ ਜੀ ਇੱਕ ਦਾਸ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਘੱਲਿਆ ਹੈ ਕਿ ਜਾ ਕਰਕੇ ਸਾਡੇ ਵੱਡੇ ਭਰਾ ਪ੍ਰਿਥਿਆ ਚੰਦ ਨੂੰ ਬੁਲਵਾਵੋ ਜੀ। ਅਰ ਮਹਾਦੇਵ ਸਾਦਰ ਮਿਲਾਏ, ਔਰ ਮਹਾਦੇਵ ਦੇ ਘਰੇ ਵੀ ਸੁਨੇਹਾ ਦੇਵਿਓ ਕਿ ਸ਼੍ਰੀ ਹਰਿਮੰਦਰ ਸਾਹਿਬ ਨੂੰ ਜਾਣਾ ਹੈ। ਇਨ ਆਦ ਅਪਰ ਨਰ ਨਾਰ ਬ੍ਰਿੰਦ, ਇਹਦਾ ਸੰਗਤ ਜੀ ਸੁਨੇਹ ਘੱਲ ਘੱਲ ਕੇ ਜੋ ਆਂਢ ਗੁਆਂਢ ਵਿੱਚ ਵਸਣ ਵਾਲੇ ਅੰਮ੍ਰਿਤਸਰ ਸਾਹਿਬ ਦੇ ਲੋਕ ਨੇ, ਜੋ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਘਰ ਦੇ ਨਾਲ ਬੜਾ ਹੀ ਪ੍ਰੇਮ ਕਰਦੇ ਨੇ, ਇਹਦਾ ਬਹੁਤੇ ਜੋ ਬੀਬੀਆਂ ਹਨ ਜਾਂ ਪੁਰਸ਼ ਹਨ ਇਕੱਠੇ ਹੋਏ ਨੇ। ਪੁਰ ਕੇਰ ਮਿਲੇ ਕਰ ਕਰ ਆਨੰਦ, ਇਹਦਾ ਸੰਗਤ ਜੀ ਫਿਰ ਨਗਰ ਦੇ ਵਿੱਚ ਵਸਣ ਵਾਲੇ ਜਿਹੜੇ ਬ੍ਰਾਹਮਣ ਲੋਕ ਪੰਡਤ ਲੋਕ ਨੇ ਉਹ ਵੀ ਸੱਚੇ ਸਤਿਗੁਰਾਂ ਦੇ ਕੋਲ ਬੜਾ ਆਨੰਦ ਧਾਰਨ ਕਰਕੇ ਆਏ ਹਨ। ਸਭ ਪਹਿਰ ਵਿਚੂਪਨ ਚਾਰ ਚੀਰ, ਇਹਦਾ ਸਾਰੇ ਜਿਹੜੇ ਨਗਰ ਦੇ ਲੋਕ ਹਨ ਜਿਨ੍ਹਾਂ ਨੇ ਸਤਿਗੁਰਾਂ ਦੇ ਨਾਲ ਜਾਣਾ ਹੈ ਬੜੇ ਸੁੰਦਰ ਵਸਤਰ ਪਹਿਨੇ, ਸੋਹਣੇ ਗਹਿਣੇ ਪਹਿਨੇ ਹਨ। ਘਰ ਵਿਟੈ ਕੀਨ ਮਿਲ ਭੂਰ ਭੀਰ, ਧੰਨ ਗੁਰੂ ਅਰਜਨ ਦੇਵ ਜੀਆਂ ਦੇ ਗ੍ਰਹਿ ਵਿੱਚ ਲੋਕਾਂ ਦੀ ਸੰਗਤਾਂ ਦੀ ਭੀੜ ਲੱਗੀ ਹੈ। ਆਨ ਆਨ, ਆ ਕਰਕੇ ਗੁਰੂ ਕੇ ਸਿੱਖ ਮਾਤਾ ਗੰਗਾ ਜੀਆਂ ਨੂੰ ਵਧਾਈਆਂ ਦਿੰਦੇ ਨੇ ਕਿ ਆਪ ਜੀਆਂ ਦਾ ਬਾਲਕ ਤੰਦਰੁਸਤ ਹੋਇਆ ਹੈ। ਸਨਮਾਨ ਖਾਨ ਗੰਗਾ ਮਹਾਨ, ਮਹਾਨ ਬਿਰਤੀ ਦੀ ਮਾਲਕ ਹੈ ਮਾਤਾ ਗੰਗਾ ਜੀ, ਬੜਾ ਹੀ ਗੁਰਸਿੱਖਾਂ ਤਾਈਂ ਸਨਮਾਨ ਸਤਿਕਾਰ ਦਿੰਦੀ ਹੈ। ਜਿਨ ਕੰਠ ਕੋਕਿਲਾ ਗਾਏ ਗੀਤ, ਜਿਨ੍ਹਾਂ ਬੀਬੀਆਂ ਦੇ ਬੋਲ ਕੋਇਲਾਂ ਦੇ ਵਾਂਗ ਸੁੰਦਰ ਹਨ, ਉਹ ਇਸ ਪ੍ਰਕਾਰ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਦੇ ਗੀਤ ਗਾਉਂਦੀਆਂ ਨੇ। ਭਗਤ ਕਰ ਉਛਾਪ ਧਰ ਅਰਥ ਜੀਤ, ਇਹਦਾ ਬੜਾ ਉਤਸ਼ਾਹ ਹੋ ਰਿਹਾ ਹੈ, ਹਿਰਦੇ ਪ੍ਰਸੰਨ ਹੋ ਰਹੇ ਹਨ। ਮੁਖ ਹਸਤ ਚਲਤ ਜਿਨ ਹਸਤ ਚਾਲ, ਇਸ ਪ੍ਰਕਾਰ ਸੰਗਤ ਜੀ ਐਸੀ ਸੁੰਦਰਤਾ ਹੈ ਉਹ ਸਮੇਂ ਦੀ ਕਹਿੰਦੇ ਮੁਖਾਂ ਦੇ ਉੱਪਰ ਹਾਸਾ ਹੈ ਔਰ ਹਾਥੀਆਂ ਦੇ ਵਾਂਗ ਚਾਲ ਝੂਮ ਝੂਮ ਤੁਰਦੇ ਨੇ। ਜਨ ਆਨੰਦ ਉਦਤ ਮਹਿ ਮੀਨ ਜਾਲ, ਇਸ ਪ੍ਰਕਾਰ ਸੰਗਤ ਜੀ ਸਾਰੇ ਹੀ ਗੁਰਸਿੱਖ ਭਗਤੀ ਦੇ ਜਾਲ ਵਿੱਚ ਫਸੇ ਹੋਏ ਨੇ, ਜਿਵੇਂ ਇੱਕ ਮੱਛੀ ਜਾਲ ਵਿੱਚ ਫਸ ਜਾਂਦੀ ਹੈ। ਔਰ ਇਸ ਪ੍ਰਕਾਰ ਜਿਹੜੇ ਗੁਰੂ ਕੇ ਸਿੱਖ ਨੇ
ਗੁਰੂ ਨਾਨਕ ਪਾਤਸ਼ਾਹ ਦੀ ਸੇਵਾ ਸਿਮਰਨ ਭਗਤੀ ਦੇ ਜਾਲ ਵਿੱਚ ਫਸੇ ਨੇ। ਇਕੱਠੇ ਸੋ ਹੋਏ ਨਰ ਏਕ ਥਾਨ। ਇਹਦਾ ਸੰਗਤ ਜੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਘਰ ਵਿਖੇ ਸਾਰੇ ਹੀ ਜੋ ਗੁਰੂ ਕੇ ਸਿੱਖ ਹਨ, ਆਦਿਕ ਬੀਬੀਆਂ ਬੱਚੇ ਇਕੱਠੇ ਹੋਏ ਨੇ। ਗਮਨੇ ਸੋ ਅਕਰ ਔਰ ਫਰਕ ਥਾਨ। ਔਰ ਸਭ ਤੋਂ ਅੱਗੇ ਧੰਨ ਗੁਰੂ ਅਰਜਨ ਦੇਵ ਮਹਾਰਾਜ, ਧੰਨ ਮਾਤਾ ਗੰਗਾ ਜੀ ਬਾਲਕ ਹਰ ਗੋਬਿੰਦ ਨੂੰ ਲੈ ਕਰਕੇ ਤੁਰਦੇ। ਪਿੱਛੇ ਪਿੱਛੇ ਮਹਾਦੇਵ ਪ੍ਰਤੀਆ ਚੰਦ ਬੀਬੀ ਕਰਮੋ ਔਰ ਹੋਰ ਗੁਰੂ ਕੇ ਸਿੱਖ ਜਾਂਦੇ ਹਨ। ਸ੍ਰੀ ਹਰਗੋਬਿੰਦ ਲੈ ਸੰਗ ਲੈ ਗੰਗ ਸੰਗ। ਇਸ ਪ੍ਰਕਾਰ ਜੋ ਬਾਲਕ ਹਰ ਗੋਬਿੰਦ ਹੈ, ਧੰਨ ਮਾਤਾ ਗੰਗਾ ਜੀਆਂ ਦੀ ਉਂਗਲ ਪਕੜੀ ਹੋਈ ਹੈ ਇੱਕ ਹੱਥ ਦੀ, ਔਰ ਦੂਸਰੇ ਹੱਥ ਦੇ ਨਾਲ ਗੁਰੂ ਅਰਜਨ ਦੇਵ ਜੀਆਂ ਦੇ ਹੱਥ ਦੀ ਉਂਗਲ ਪਕੜ ਕਰਕੇ ਵਿਚਾਲੇ ਤੁਰ ਰਹੇ ਨੇ। ਸਤਿ ਗਾਤੀ ਮਾਨਤ ਮੰਗ। ਸਾਰੀਆਂ ਹੀ ਸੰਗਤਾਂ ਜਾਂਦੀਆਂ ਜਾਂਦੀਆਂ ਪਰਮੇਸ਼ਵਰ ਦਾ ਗੀਤ ਗਾਉਂਦੀਆਂ ਨੇ। ਵਾਹਿਗੁਰੂ ਵਾਹਿਗੁਰੂ ਦਾ ਜਾਪ, ਗੁਰ ਮੰਤਰ ਮੂਲ ਮੰਤਰ ਦਾ ਜਾਪ ਹੋ ਰਿਹਾ ਹੈ। ਜਿਸ ਪਸਚਮ ਪੁੱਤੇ ਗਮਨ ਥਾਨ। ਔਰ ਜਿਹੜੇ ਬ੍ਰਾਹਮਣ ਲੋਕ ਨੇ ਉਹਨਾਂ ਨੇ ਵੀ ਆ ਕੇ ਬੇਨਤੀ ਕੀਤੀ ਹੈ, ਸੱਚੇ ਪਾਤਸ਼ਾਹ ਅਸੀਂ ਵੀ ਬੜੀ ਪੂਜਾ ਕੀਤੀ ਸੀ ਕਿ ਆਪ ਜੀਆਂ ਦਾ ਬਾਲਕ ਠੀਕ ਹੋ ਜਾਵੇ, ਸਾਡੇ ਤੇ ਵੀ ਕਿਰਪਾ ਕਰੋ, ਸਾਨੂੰ ਸਾਰੀ ਸਮੱਗਰੀ ਦੇਵੋ ਜੀ। ਅਸੀਂ ਵੀ ਜਾ ਕਰਕੇ ਮੰਦਰ ਅੰਦਰ ਦੇਵਤਿਆਂ ਦੀ ਪੂਜਾ ਕਰਨੀ ਹੈ। ਇੱਧਰ ਧੰਨ ਗੁਰੂ ਅਰਜਨ ਦੇਵ ਜੀ ਗੁਰਸਿੱਖਾਂ ਦੇ ਨਾਲ ਸ੍ਰੀ ਹਰਿਮੰਦਰ ਸਾਹਿਬ ਨੂੰ ਚਾਲਾ ਪਾਇਆ ਹੈ। ਜੋ ਬ੍ਰਾਹਮਣ ਲੋਕ ਨੇ ਮਹਾਰਾਜ ਜੀਆਂ ਨਾਲ ਅੰਤਾਂ ਦਾ ਪ੍ਰੇਮ ਕਰਦੇ ਨੇ, ਉਹਨਾਂ ਨੇ ਆਪਣੇ ਮੰਦਰ ਵੱਲ ਜੋ ਪੱਛਮ ਦਿਸ਼ਾ ਵਿੱਚ ਹੈ ਉਧਰ ਚਾਲੇ ਪਾਏ ਨੇ। ਦੁਰਗਿਆਨ ਦੁਰਗਾ ਸਥਾਨ। ਜੋ ਸੰਗਤ ਜੀ ਦੁਰਗਿਆਣਾ ਮੰਦਰ ਹੈ, ਦੱਸਦੇ ਨੇ ਵੇਖਿਆ ਤੇ ਨਹੀਂ ਕਿ ਬਿਲਕੁਲ ਹਰਿਮੰਦਰ ਸਾਹਿਬ ਦੇ ਵਾਂਗ ਬਣਾਉਣ ਦੀ ਕੋਸ਼ਿਸ਼ ਕੀਤੀ ਹੈ, ਪਰ ਉਸ ਦੇ ਸਰੋਵਰ ਅੰਦਰ ਜਲ ਨਹੀਂ ਠਹਿਰਿਆ। ਜਦੋਂ ਜਦੋਂ ਜਲ ਭਰਿਆ ਹੈ ਉਦੋਂ ਉਦੋਂ ਹੀ ਜਲ ਸੁੱਕਦਾ ਰਿਹਾ ਹੈ। ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਅਸਥਾਨ ਦੇ ਵਰਗਾ ਬਣਾਉਣਾ ਕੀਤਾ ਹੈ, ਪਰ ਪੰਡਤ ਲੋਕ ਇਸ ਪ੍ਰਕਾਰ ਮਹਾਰਾਜ ਜੀਆਂ ਨਾਲ ਅੰਤਾਂ ਦਾ ਪ੍ਰੇਮ ਕਰਦੇ ਨੇ। ਸੱਚੇ ਪਾਤਸ਼ਾਹ ਤੋਂ ਸਾਰੀ ਪੂਜਾ ਦੀ ਸਮੱਗਰੀ ਲੈ ਕਰਕੇ ਸੰਗਤ ਜੀ ਦੁਰਗਿਆਨੇ ਮੰਦਰ ਵੱਲ ਚੱਲੇ ਨੇ। ਇਸ ਪ੍ਰਕਾਰ ਬ੍ਰਾਹਮਣ ਲੋਕ ਜਾਂਦੇ ਜਾਂਦੇ ਸੰਖਾਂ ਨੂੰ ਪੂਰਦੇ ਹਨ। ਔਰ ਸੰਗਤ ਜੀ ਇੱਧਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜਾ ਰਹੇ ਨੇ। ਇੱਧਰ ਵੀ ਛੋਟੇ ਨਗਾਰਿਆਂ ਦੀਆਂ ਆਵਾਜ਼ਾਂ ਆਉਂਦੀਆਂ ਨੇ। ਬੜੀਆਂ ਨਫੀਰਨੀਆਂ ਭਾਵ ਤੂਤੀਆਂ ਵੱਜ ਰਹੀਆਂ ਹਨ। ਇਸ ਪ੍ਰਕਾਰ ਇੱਧਰ ਗੁਰੂ ਕੇ ਸਿੱਖ ਜਾਂਦੇ ਉੱਚੀ ਉੱਚੀ ਆਵਾਜ਼ ਵਿੱਚ ਜਾਪ ਕਰਦੇ ਨੇ, ਮਾਨੋ ਹਵਾ ਦੇ ਵਿੱਚ ਸੁਗੰਧੀ ਘੁਲ ਰਹੀ ਹੈ। ਇਹ ਤੋਂ ਆਦਿਕ ਹੋਰ ਵੀ ਕਈ ਖੁਸ਼ੀ ਦੇ ਸਾਜ਼ ਬਾਜੇ ਵੱਜ ਰਹੇ ਨੇ। ਇੱਧਰ ਧੰਨ ਗੁਰੂ ਅਰਜਨ ਦੇਵ ਜੀਆਂ ਦੇ ਮਗਰ ਮਗਰ ਬੈਠੇ ਗੁਰਸਿੱਖਾਂ ਦੀ ਗਿਣਤੀ ਹੈ। ਸਾਰੇ ਹੀ ਸ੍ਰੀ ਹਰਿਮੰਦਰ ਸਾਹਿਬ ਵੱਲ ਚੱਲਦੇ ਨੇ। ਔਰ ਪ੍ਰਿਥੀਆ ਚੰਦ ਇਸ ਪ੍ਰਕਾਰ ਤੁਰਿਆ ਤੇ ਨਾਲ ਹੀ ਜਾਂਦਾ ਹੈ। ਸੰਗਤ ਜੀ ਸੰਗਤਾਂ ਦਾ ਐਸਾ ਉਤਸ਼ਾਹ ਵੇਖ ਕਰਕੇ ਏਦਾਂ ਹਿਰਦੇ ਦੇ ਅੰਦਰ ਸੰਗਤ ਜੀ ਗੁੱਸੇ ਦੀਆਂ ਸੂਲਾਂ ਚੁੱਭ ਰਹੀਆਂ। ਜਾ ਤੇ ਮਹਾਰਾਜ ਜੀਆਂ ਦੇ ਨਾਲ ਹੀ ਰਿਹਾ ਹੈ, ਪਰ ਹਿਰਦੇ ਅੰਦਰ ਸੰਗਤ ਜੀ ਲੋਕਾਂ ਦਾ ਉਤਸ਼ਾਹ ਵੇਖ ਕਰਕੇ ਬਾਲਕ ਹਰਗੋਬਿੰਦ ਨੂੰ ਠੀਕ ਠਾਕ ਵੇਖ ਕਰਕੇ ਹਿਰਦੇ ਅੰਦਰ ਸੂਲਾਂ ਚੁੱਭਦੀਆਂ ਨੇ। ਇਹਦਾ ਹਿਰਦੇ ਅੰਦਰ ਕਸ਼ਟ ਹੈ, ਜ਼ਹਿਰ ਹੈ, ਪਰ ਮੁਖ ਤੋਂ ਮਿੱਠਾ ਬੋਲਦਾ ਹੈ। ਇਹਦਾ ਸੰਗਤਾਂ ਉੱਚੀ ਉੱਚੀ ਜਾਪ ਕਰ ਰਹੀਆਂ ਨੇ, ਔਰ ਸੰਗਤ ਜੀ ਇਹ ਪ੍ਰਿਥੀਆ ਚੰਦ ਮੌਨ ਨੂੰ ਧਾਰਨ ਕਰਕੇ ਤੁਰ ਰਿਹਾ।
ਥੋੜਾ ਬਹੁਤਾ ਜਿਹਾ ਬੋਲ ਰਿਹਾ ਹੈ ਕਿਤੇ ਕਿਤੇ, ਨਹੀਂ ਤੇ ਚੁੱਪ ਨੂੰ ਧਾਰਨ ਕੀਤੀ ਹੈ। ਨਿਕਸ ਮੁਖ ਕਿਸੀ ਕੇ ਆਂਖ ਜੋਰ, ਏਦਾਂ ਕਿਸੇ ਦੇ ਨਾਲ ਅੱਖ ਨਹੀਂ ਮਿਲਾਉਂਦਾ, ਨੀਵੀਂ ਪਾਈ ਹੈ ਸੰਗਤ ਜੀ, ਨੀਵੀਂ ਪਾ ਕੇ ਤੁਰਦਾ ਹੈ। ਇਮ ਚਲੇ ਜਾਤ ਦੁਰਗਿਆਨਪੁਰ, ਇਧਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੰਗਤਾਂ ਨੂੰ ਲੈ ਕਰਕੇ ਸ੍ਰੀ ਹਰਿਮੰਦਰ ਸਾਹਿਬ ਵੱਲ ਜਾ ਰਹੇ ਨੇ। ਉਧਰ ਬਹੁਤ ਹੀ ਸਮੱਗਰੀ ਲੈ ਕਰਕੇ ਜਿਹੜੇ ਪੰਡਿਤ ਬ੍ਰਾਹਮਣ ਲੋਕ ਦੁਰਗਿਆਣੇ ਮੰਦਰ ਵੱਲ ਜਾਂਦੇ ਨੇ। ਮੁਖਤੇ ਸਮੀਪ ਥਲ ਰੁਚਰ ਭੌਨ, ਏਦਾਂ ਤੁਰਦੇ ਤੁਰਦੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੰਗਤਾਂ ਨੂੰ ਲੈ ਕਰਕੇ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਪਵਿੱਤਰ ਘਰ ਸ੍ਰੀ ਹਰਿਮੰਦਰ ਸਾਹਿਬ ਵਿੱਚ ਪਹੁੰਚਦੇ ਹਨ। ਸਭ ਕੀ ਬੰਦਨਾ ਆਉਣ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਗੁਰਸਿੱਖ ਸੰਗਤਾਂ ਦੇ ਨਾਲ ਜਾ ਕਰਕੇ ਸ੍ਰੀ ਹਰਿਮੰਦਰ ਸਾਹਿਬ ਨੂੰ ਜਾ ਕਰਕੇ ਨਮਸਕਾਰਾਂ ਕੀਤੀਆਂ ਨੇ। ਪੂਜਕ ਸੋ ਵਿਪਰ ਬੈਠੇ ਉਸ ਸਥਾਨ, ਉਧਰ ਸੰਗਤ ਜੀ ਦੁਰਗਿਆਣੇ ਮੰਦਰ ਅੰਦਰ ਬ੍ਰਾਹਮਣ ਲੋਕ ਵੀ ਪਹੁੰਚ ਗਏ ਨੇ। ਉਹਨਾਂ ਨੇ ਵੀ ਜਾ ਕਰਕੇ ਪੂਜਾ ਆਰੰਭ ਕੀਤੀ ਹੈ। ਦੇਵ ਪ੍ਰਤਮਾ ਬੰਧਾਈ ਭੁਜ ਮਹਾਨ, ਏਦਾਂ ਸੰਗਤ ਜੀ ਜੋ ਮਹਾਨ ਸਮੱਗਰੀ ਲੈ ਕੇ ਗਏ ਨੇ ਜਾ ਕਰਕੇ ਪੂਜਾ ਸ਼ੁਰੂ ਕੀਤੀ ਹੈ। ਚੰਦਨ ਸੁਗੰਧ ਧੂਪਨ ਤੁਖਾਏ, ਬ੍ਰਾਹਮਣ ਲੋਕਾਂ ਨੇ ਜਾ ਕਰਕੇ ਚੰਦਨ ਦਾ ਛਿੜਕਾਅ ਕੀਤਾ, ਸੁਗੰਧੀਆਂ ਹਵਾ ਵਿੱਚ ਘੁਲੀਆਂ ਨੇ, ਬਹੁਤੀਆਂ ਧੂਪਾਂ ਨੂੰ ਦਿਖਾਉਣਾ ਕੀਤਾ ਹੈ। ਕੱਢ ਫੂਲ ਮਾਲ ਸੁੰਦਰ ਚੜਾਏ, ਸੰਗਤ ਜੀ ਆਪਣੀ ਮਰਿਆਦਾ ਅਨੁਸਾਰ ਸੁੰਦਰ ਫੁੱਲਾਂ ਦੀਆਂ ਮਾਲਾ ਚੜਾਉਣੀਆਂ ਕੀਤੀਆਂ ਨੇ। ਪਟ ਪਾਤ ਕੋ ਸੁਜੋਲਾ ਵਿਸਾਲ, ਏਦਾਂ ਜੋ ਧੰਨ ਗੁਰੂ ਅਰਜਨ ਦੇਵ ਜੀਆਂ ਨੇ ਸੋਹਣੇ ਵਸਤਰ ਦਿੱਤੇ ਸਨ। ਧਰ ਚੰਦ ਉੱਪਰ ਜੋ ਰੰਗ ਲਾਲ, ਏਦਾਂ ਸੰਗਤ ਜੀ ਲਾਲ ਰੰਗ ਦੇ ਜੋ ਵਸਤਰ ਹਨ ਜਾ ਕਰਕੇ ਦੇਵਤਿਆਂ ਵੱਲ ਚੜਾਏ ਨੇ। ਕੰਨ ਕੁੰਭ ਨਾਲੀਅਰ ਸੋ ਚੜਾਏ, ਏਦਾਂ ਸੰਗਤ ਜੀ ਗੰਗਾ ਦਾ ਜਲ ਹੈ, ਇਹਨਾਂ ਦੇ ਕੋਲ ਨਾਰੀਅਲ ਵਰਗੇ ਉੱਤਮ ਫਲ ਚੜਾਏ ਹਨ। ਰਖੰਤ ਕੀਨ ਸਭ ਜਗਤ ਮਾਏ, ਇੱਧਰ ਜੋ ਜਗਤ ਮਾਤਾ ਧੰਨ ਮਾਤਾ ਗੰਗਾ ਜੀ ਹਨ, ਉਹ ਵੀ ਸ੍ਰੀ ਹਰਿਮੰਦਰ ਸਾਹਿਬ ਅੰਦਰ ਪਹੁੰਚ ਕਰਕੇ ਬਾਲਕ ਹਰਗੋਬਿੰਦ ਨੂੰ ਲਿਜਾ ਕਰਕੇ ਇਸ਼ਨਾਨ ਕਰਵਾਇਆ ਹੈ ਔਰ ਸੰਗਤ ਜੀ ਬੜੇ ਪ੍ਰਸੰਨ ਹੋਏ ਨੇ। ਕੀਨਸ ਕਰਾਪੋ ਤੰਨੇ ਬਾਟ ਦੀਨ, ਏਦਾਂ ਸੰਗਤ ਜੀ ਬੜੀ ਮਰਿਆਦਾ ਨਾਲ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕੀਤੀ ਹੈ। ਅਰਦਾਸ ਬੇਨਤੀਆਂ ਕਰਕੇ ਸੰਗਤਾਂ ਵਿੱਚ ਵਰਤਾਈ ਹੈ। ਗਨ ਲੋਕ ਸੰਗ ਸਭ ਪੂਨ ਲੀਨ, ਖੁਸ਼ੀ ਵਿੱਚ ਆ ਕਰਕੇ ਸਾਰੀਆਂ ਸੰਗਤਾਂ ਨੇ ਵੱਡੇ ਗੱਫੇ ਪ੍ਰਾਪਤ ਕੀਤੇ ਹਨ। ਤਿਜ ਪਾਠ ਤਿੰਨ ਕੋ ਦਰਦ ਦੇ, ਫਿਰ ਸੰਗਤ ਜੀ ਜੋ ਪਾਠੀ ਗੁਰਸਿੱਖ ਸਨ, ਜਿਨ੍ਹਾਂ ਨੇ ਧੰਨ ਗੁਰੂ ਅਰਜਨ ਦੇਵ ਜੀਆਂ ਦੇ ਪੁੱਤਰ ਬਾਲਕ ਹਰਗੋਬਿੰਦ ਦੀ ਸਲਾਮਤੀ ਲਈ ਦੇ ਅਰੋਗਤਾ ਵਾਸਤੇ ਗੁਰਬਾਣੀ ਦਾ ਜਾਪ ਕੀਤਾ ਸੀ, ਧੰਨ ਗੁਰੂ ਅਰਜਨ ਦੇਵ ਜੀਆਂ ਨੇ ਬਹੁਤੀ ਭੇਟਾ ਦਿੱਤੀ ਹੈ। ਸੁਖ ਵਸਤਰ ਮਦਰ ਭੋਜਨ ਅਚੇ, ਸੋਹਣੇ ਵਸਤਰ ਸੇਵਾ ਕੀਤੇ ਨੇ, ਸੁੰਦਰ ਭੋਜਨ ਛਕਾਇਆ ਹੈ। ਸਭ ਕੋ ਪ੍ਰਸੰਨ ਕਰ ਅਬੈ ਪ੍ਰਸੰਨ, ਇਸ ਪ੍ਰਕਾਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਗੁਰਸਿੱਖਾਂ ਦੀ ਪ੍ਰਸੰਨਤਾ ਵਿੱਚ ਹੀ ਆਪਣੀ ਪ੍ਰਸੰਨਤਾ ਵੇਖਦੇ ਨੇ। ਬਹੁਤੀਆਂ ਭੇਟਾਵਾਂ ਦੇ ਕਰਕੇ ਗੁਰਸਿੱਖਾਂ ਤੋਂ ਪ੍ਰਸੰਨ ਕੀਤਾ ਹੈ। ਗੁਰਸਿੱਖ ਖੁਸ਼ੀ ਮਨਾਉਂਦੇ ਨੇ ਤੇ ਗੁਰੂ ਅਰਜਨ ਦੇਵ ਜੀ ਵੀ ਖੁਸ਼ੀ ਮਹਿਸੂਸ ਕਰਦੇ ਹਨ। ਕਹਿੰਦੇ ਮਾਤ ਭਗਵਤੀ ਧੰਨ ਧੰਨ, ਏਦਾਂ ਜੋ ਬੀਬੀਆਂ ਆਈਆਂ ਨੇ ਮਾਤਾ ਗੰਗਾ ਜੀਆਂ ਦੇ ਨਾਲ, ਧੰਨ ਮਾਤਾ ਗੰਗਾ ਜੀਆਂ ਨੂੰ ਵੱਡੀਆਂ ਭਾਗਾਂ ਵਾਲੀ ਕਹਿ ਕਰਕੇ ਧੰਨ ਧੰਨ ਕਹਿੰਦੀਆਂ ਨੇ। ਇੱਕ ਵਾਰ ਕੀਨ ਜੈਕਾਰ ਬੋਲ, ਏਦਾਂ ਸੰਗਤ ਜੀ ਖੁਸ਼ੀ ਦੇ ਜਕਾਰੇ ਸੰਗਤਾਂ ਨੇ ਵਜਾਉਣਾ ਕੀਤੇ ਹਨ। ਕੌਨਕ ਤੇ ਨਗਰ ਦੇਸ ਬਾਂਧ ਟੋਲ, ਫਿਰ ਸੰਗਤ ਜੀ ਸਾਰੇ ਦਰਸ਼ਨ ਮੇਲੇ ਕਰਕੇ ਪਰਿਕਰਮਾ ਕਰਕੇ ਇਸ ਪ੍ਰਕਾਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਮਾਤਾ ਗੰਗਾ ਜੀ ਸਾਰੀਆਂ ਸੰਗਤਾਂ ਨੂੰ ਲੈ ਕਰਕੇ ਆਪਣੇ ਨਗਰ ਭਾਵ ਆਪਣੇ ਘਰਾਂ ਵੱਲ ਵਾਪਸ ਮੁੜੇ ਨੇ।
ਬਜਿਅੰਤ ਬਾਜ ਸੁਨਿਅੰਤ ਦੂਰ ਆਉਂਦਿਆਂ ਵੀ ਨਗਾਰੇ ਬਾਜੇ ਵੱਜ ਰਹੇ ਨੇ, ਦੂਰ ਦੂਰ ਤੱਕ ਸੁਣਾਈ ਦਿੰਦੇ ਨੇ। ਬਜਿਅੰਤ ਦਾਨ ਦੀਨਾਨ ਧੂਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਲੋੜਵੰਦਾਂ ਨੂੰ ਬਹੁਤਾ ਦਾਨ ਵੰਡਿਆ ਹੈ। ਗਾਵੰਤ ਗੀਤ ਧਰਮ ਮੋਦ ਚੀਤ ਖੁਸ਼ੀ ਦੇ ਵਿੱਚ ਆ ਕਰਕੇ ਜੋ ਬੀਬੀਆਂ ਹਨ, ਗੁਰਬਾਣੀ ਦਾ ਜਾਪ ਗਾਉਂਦੀਆਂ, ਪਰਮੇਸ਼ਰ ਦੀ ਵਡਿਆਈ ਦੇ ਗੀਤ ਗਾਉਂਦੀਆਂ ਨੇ। ਪੁੱਤ ਪ੍ਰਵੇਸ਼ ਕਰ ਬੰਸਰੀਤ ਪਰ ਸੰਗਤ ਜੀ ਜਦੋਂ ਆਪਣੇ ਨਗਰ ਭਾਵ ਆਪਣੇ ਮਹਿਲਾਂ ਵਿੱਚ ਆ ਗਏ ਨੇ, ਫਿਰ ਜੋ ਆਏ ਹੋਏ ਲੋਕ ਹਨ ਉਹਨਾਂ ਦਾ ਸੰਗਤ ਜੀ ਰੀਤ ਦੇ ਅਨੁਸਾਰ ਪ੍ਰਸ਼ਾਦੇ ਦਾ ਪ੍ਰਬੰਧ ਕੀਤਾ ਹੈ। ਘਰ ਆਨ ਅਦਕ ਸਨਮਾਨ ਕੀਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਗੁਰਸਿੱਖ ਜੋ ਘਰ ਆਏ ਨੇ, ਸੱਚੇ ਪਾਤਸ਼ਾਹ ਮਹਾਰਾਜ ਬਹੁਤਾ ਸਤਿਕਾਰ ਦਿੰਦੇ ਨੇ। ਭਗਤੋ ਕਰ ਕਰਾਓ ਸਭ ਪਾਨ ਦੀਨ ਇਹਨਾਂ ਸੰਗਤ ਜੀ ਗੁਰੂ ਕੇ ਲੰਗਰਾਂ ਅੰਦਰ ਜਿਹੜਾ ਮਿੱਠਾ ਪ੍ਰਸ਼ਾਦ ਤਿਆਰ ਕਰਵਾਇਆ ਹੈ, ਵਧਾਈ ਸਹਿਤ ਆਸ਼ਿਕ ਪੁਚਾਰ ਇਹਨਾਂ ਸੰਗਤਾਂ ਛਕ ਕੇ ਧੰਨ ਮਾਤਾ ਗੰਗਾ ਜੀਆਂ ਨੂੰ, ਉਹਨਾਂ ਦੇ ਬਾਲਕ ਹਰਗੋਬਿੰਦ ਨੂੰ ਅਸੀਸਾਂ ਦਿੰਦੀਆਂ ਹਨ। ਸ੍ਰੀ ਹਰਗੋਬਿੰਦ ਕੀ ਭਇ ਉਦਾਰ ਇਸ ਪ੍ਰਕਾਰ ਅਸੀਸਾਂ ਬਖਸ਼ਦੀਆਂ ਨੇ ਕਿ ਧੰਨ ਮਾਤਾ ਗੰਗਾ ਜੀ ਆਪ ਜੀਆਂ ਦਾ ਜੋ ਪੁੱਤਰ ਹਰਗੋਬਿੰਦ ਹੈ, ਚੰਦਰਮੇ ਵਰਗਾ ਸੁੰਦਰ ਹੈ ਔਰ ਇਸ ਦੀ ਲੰਬੀ ਉਮਰ ਹੋਵੇਗੀ। ਕੰਨਿਆ ਕਕਾਰ ਕੀਨਸ ਅਕਾਰ ਬਾਲਕ ਹਰਗੋਬਿੰਦ ਦੇ ਜੋ ਬਚਪਨ ਦੇ ਦੋਸਤ ਹਨ ਸੰਗਤ ਜੀ, ਧੰਨ ਗੁਰੂ ਅਰਜਨ ਦੇਵ ਮਹਾਰਾਜ ਮਾਤਾ ਗੰਗਾ ਜੀਆਂ ਨੇ ਸਾਰਿਆਂ ਬੱਚਿਆਂ ਤਾਈਂ ਇਹਦਾ ਸੁੰਦਰ ਭੋਜਨ ਛਕਾਇਆ ਹੈ। ਸੁਭ ਬਖਤ ਵਿਭੂਖਨ ਦਇ ਚਾਰ ਬੱਚਿਆਂ ਨੂੰ ਸੋਹਣੇ ਸੁੰਦਰ ਜਿਹੜੇ ਸੂਟ ਹਨ, ਕੱਪੜੇ ਵਸਤਰ ਵੰਡਣਾ ਕੀਤੇ ਨੇ। ਤਿਨ ਕੋ ਪ੍ਰਸਾਦ ਕੀਨ ਸਮਹਾਨ ਇਹਨਾਂ ਜਿਹੜੇ ਬਾਲਕ ਹਨ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਸਵਾਦਲਾ ਭੋਜਨ ਛਕਾ ਕਰਕੇ, ਵਸਤਰ ਦੇ ਕਰਕੇ ਉਹਨਾਂ ਨੂੰ ਵੀ ਪ੍ਰਸੰਨ ਕੀਤਾ ਹੈ। ਸਭ ਦੇ ਅਸੀਸ ਬ੍ਰਿਤ ਬਚ ਬਖਾਨ ਔਰ ਸਾਰੇ ਬੱਚੇ ਵੀ ਏਦਾਂ ਅਸੀਸਾਂ ਦਿੰਦੇ ਨੇ, ਖੁਸ਼ੀ ਦੇ ਬੋਲ ਬੋਲਦੇ ਹਨ। ਵਿੱਚ ਕਰਜ ਪਾਠ ਕਰਤੇ ਪ੍ਰਵੀਨ ਔਰ ਸੰਗਤ ਜੀ ਜੋ ਪੰਡਤ ਲੋਕ ਬ੍ਰਾਹਮਣ ਲੋਕ ਨੇ, ਜਿਨ੍ਹਾਂ ਨੇ ਸਲਾਮਤੀ ਲਈ ਏਦਾਂ ਸ਼ਬਦ ਪੜ੍ਹੇ ਸਨ, ਸੰਗਤ ਦੀ ਪੂਜਾ ਕੀਤੀ ਸੀ, ਮਹਾਰਾਜ ਜੀਆਂ ਨੇ ਉਹਨਾਂ ਤਾਈਂ ਵੀ ਬਹੁਤਾ ਧਨ ਵੰਡਿਆ ਹੈ। ਤਿਨ ਕੋ ਪ੍ਰਸੰਨ ਕਰ ਗਰਭ ਦੀਨ ਮਹਾਰਾਜ ਜੀਆਂ ਨੇ ਮਾਇਆ ਦੇ ਕਰਕੇ ਬ੍ਰਾਹਮਣਾਂ ਤਾਈਂ ਪ੍ਰਸੰਨ ਕੀਤਾ ਹੈ। ਸਭ ਅਪਰਜਾਤ ਜਾਤਕ ਜੇ ਆਏ ਹੋਰ ਵੀ ਸੰਗਤ ਜੀ ਬੜੀਆਂ ਜਾਤਾਂ ਦੇ ਲੋਕ ਧੰਨ ਗੁਰੂ ਅਰਜਨ ਦੇਵ ਜੀਆਂ ਦੇ ਦਰਵਾਜ਼ੇ ਉੱਪਰ ਲੋੜਵੰਦ ਆਏ ਨੇ। ਸਨਮਾਨ ਸਾਥ ਤਿਨ ਧਨ ਦਿਵਾਏ ਬੜੇ ਸਤਿਕਾਰ ਨਾਲ ਭੋਜਨ ਛਕਾਇਆ ਹੈ, ਜਾਂਦਿਆਂ ਹੋਇਆਂ ਨੂੰ ਲੋੜੀ ਦਾ ਧਨ ਦਿੱਤਾ ਹੈ। ਦੋਪਰਾ ਭਇਓ ਬਲਾਪਤ ਗੁਰੂ ਘਰ ਲੈਣ ਦੇਣ ਕੀ ਭੀੜ ਇਸ ਪ੍ਰਕਾਰ ਸੰਗਤ ਜੀ ਧੰਨ ਗੁਰੂ ਅਰਜਨ ਦੇਵ ਜੀਆਂ ਦੇ ਗ੍ਰਹਿ ਵਿਖੇ ਗੁਰਸਿੱਖਾਂ ਦੀ ਭੀੜ ਲੱਗੀ ਹੈ, ਲੋੜਵੰਦਾਂ ਦੀ ਭੀੜ ਲੱਗੀ ਹੈ। ਕੁਝ ਐਸੇ ਨੇ ਜੋ ਗੁਰੂ ਅਰਜਨ ਦੇਵ ਜੀਆਂ ਤੋਂ ਭੇਟਾਂ ਲੈਣ ਵਾਸਤੇ ਆਏ ਨੇ, ਕੁਝ ਐਸੇ ਨੇ ਜੋ ਗੁਰੂ ਅਰਜਨ ਦੇਵ ਜੀਆਂ ਵਾਸਤੇ ਭੇਟਾਂ ਲੈ ਕੇ ਆਏ ਹਨ। ਸਤ ਪਰਿਵਾਰ ਦਰਬ ਬਾਬਾ ਬਖਸ਼ਿਸ਼ ਸੁੰਦਰ ਚੀਰ ਇਸ ਪ੍ਰਕਾਰ ਗੁਰੂ ਅਰਜਨ ਦੇਵ ਮਹਾਰਾਜ ਜੀ ਅੱਜ ਬਾਲਕ ਨੂੰ ਠੀਕ ਹੋਇਆ ਵੇਖ ਕਰਕੇ ਖੁਸ਼ੀ ਦੇ ਅੰਦਰ ਬਹੁਤ ਧਨ ਵੰਡ ਰਹੇ ਨੇ ਲੋੜਵੰਦਾਂ ਅੰਦਰ, ਔਰ ਜੋ ਵਸਤਰਾਂ ਤੋਂ ਹੀਨ ਨੇ ਉਹਨਾਂ ਨੂੰ ਸੋਹਣੇ ਵਸਤਰ ਦਿੰਦੇ ਨੇ। ਅਦਲੀ ਛੰਦ ਉਤਸਾਹ ਅਦਕ ਗੁਰ ਘਰ ਕਰੰਤ ਇਹ ਤਾਂ ਗੁਰੂ ਅਰਜਨ ਦੇਵ ਜੀਆਂ ਦੇ ਗ੍ਰਹਿ ਵਿਖੇ ਬੜਾ ਉਤਸ਼ਾਹ ਹੋਇਆ ਹੈ। ਸਿੱਖ ਮਿਲੇ ਆਏ ਪੂਜਾ ਚੜ੍ਹਾਂਤ ਬੜੇ ਗੁਰਸਿੱਖ ਸੁੰਦਰ ਭੇਟਾਵਾਂ ਲੈ ਕੇ ਆਏ ਹਨ। ਨਰ ਨਾਰ ਸਭਨ ਮਹਿ ਜਸ ਵਿਸਾਦ ਕਿਉਂਕਿ ਗੁਰੂ ਅਰਜਨ ਦੇਵ ਜੀਆਂ ਦਾ ਗੁਰੂ ਨਾਨਕ ਨਾਮ ਲੇਵਾ ਸੰਗਤ ਅੰਦਰ ਬੜਾ ਜਸ ਹੈ, ਬੜੀ ਵਡਿਆਈ ਹੈ।
ਕਹਿਤ ਸੁਖ ਦਾ ਰਸਾਲ। ਇਹਦਾ ਸੰਗਤ ਜੀ ਜੋ ਸੁੱਖ ਦਾ ਘਰ ਹਨ, ਸੁੱਖ ਦਾ ਸਮੁੰਦਰ ਹਨ, ਗੁਰੂ ਅਰਜਨ ਦੇਵ ਜੀ ਸਾਰੇ ਹੀ ਆ ਕਰਕੇ ਮਿਲਦੇ ਨੇ। ਪਨ ਖੁਸ਼ੀ ਹੋਤ ਨਿਤ ਪ੍ਰਤ ਮਹਾਨ। ਇਹਦਾ ਸੰਗਤ ਜੀ ਗੁਰੂ ਅਰਜਨ ਦੇਵ ਜੀਆਂ ਦੇ ਚਰਨ ਪਰਸ ਕਰਕੇ ਸੰਗਤਾਂ ਨੂੰ ਬਹੁਤ ਹੀ ਖੁਸ਼ੀ ਮਿਲਦੀ ਹੈ। ਦਿਨ ਪ੍ਰਤ ਪ੍ਰਾਪ ਕੋਇ ਕਰਕੇ ਖਾਨ। ਇਹਦਾ ਸੰਗਤ ਜੀ ਦਿਨ ਪ੍ਰਾਤ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਰਾਤਰੀ ਤੱਕ ਗੁਰੂ ਕੇ ਲੰਗਰਾਂ ਵਿੱਚ ਅਦੁੱਤ ਪ੍ਰਸ਼ਾਦਾ ਵਰਤਦਾ ਹੈ। ਅਰਦਾਸ ਹੋਤ ਬਾਚਤ ਜੋ ਕੋਇ। ਇਹਦਾ ਸੰਗਤ ਜੀ ਫਿਰ ਆ ਕਰਕੇ ਸੰਗਤਾਂ ਅਰਦਾਸ ਬੇਨਤੀਆਂ ਕਰਦੀਆਂ ਨੇ ਔਰ ਮਨ ਬਾਸ਼ਤ ਹੀ ਫਲ ਪਾਉਂਦੀਆਂ ਨੇ। ਕਰੁਣਾ ਨਿਧਾਨ ਪੂਰੰਤ ਸੋਇ। ਕਿਉਂਕਿ ਧੰਨ ਗੁਰੂ ਅਰਜਨ ਦੇਵ ਜੀ ਸਰਬ ਕਲਾ ਸਮਰੱਥ ਹਨ, ਸਾਰੇ ਗੁਰਸਿੱਖਾਂ ਦੀਆਂ ਜੋ ਆਸਾਂ ਮਨਸਾਂ ਪੂਰਨ ਕਰਦੇ ਨੇ। ਸਭ ਦੇਸ ਦੇਸ ਨਹਿ ਕਾਜਮ ਸੰਦ। ਇਹਦਾ ਸੰਗਤ ਜੀ ਜਿਹੜੇ ਦੇਸ਼ਾਂ ਵਿਦੇਸ਼ਾਂ ਅੰਦਰ ਗੁਰੂ ਘਰ ਦੇ ਪ੍ਰਚਾਰਕ ਸਨ, ਮਸੰਦ ਸਨ, ਜੋ ਇਹਦਾ ਕਾਰ ਸੇਵਾ ਇਕੱਠੀ ਕਰਨ ਲਈ ਦੂਰ ਦਰੇਡੇ ਜਾਇਆ ਕਰਦੇ ਜੀ। ਗੁਰ ਕਾ ਚੰਨੀ ਆਵਤੇ ਬਿਲੰਦ। ਇਹਦਾ ਗੁਰੂ ਘਰ ਦੀ ਸੇਵਾ ਲੈ ਕਰਕੇ ਸੰਗਤ ਜੀ ਕਣਕ ਨੂੰ ਲੈ ਕਰਕੇ, ਚੌਲਾਂ ਨੂੰ ਲੈ ਕਰਕੇ, ਆਦਿਕ ਦਾਲਾਂ ਨੂੰ ਲੈ ਕਰਕੇ ਜਾਂ ਮਾਇਆ ਨੂੰ ਲੈ ਕਰਕੇ ਸਾਰੇ ਹੀ ਦੂਰ ਦਰੇਡਿਆਂ ਤੋਂ ਅੰਮ੍ਰਿਤਸਰ ਵੱਲ ਆਏ ਨੇ। ਸਿੱਖ ਮੁਖ ਤਿਨ ਕੋ ਸਿਰਪਾਉ ਦੇਤ। ਇਸ ਪ੍ਰਕਾਰ ਸੰਗਤ ਜੀ ਗੁਰਸਿੱਖ ਬਹੁਤਾ ਸਤਿਕਾਰ ਦਿੰਦੇ ਨੇ ਇਹ ਗੁਰੂ ਘਰ ਦੇ ਸੇਵਾਦਾਰਾਂ ਨੂੰ। ਸਿਰਪਾਉ ਸੇਵਾ ਕਰਦੇ, ਸਿਰਪਾਉ ਭੇਟਾ ਕਰਦੇ ਹਨ। ਇਹਨਾਂ ਜਿੱਥੇ ਜਿੱਥੇ ਇਹਨਾਂ ਨੇ ਗੁਰਸਿੱਖੀ ਦਾ ਪ੍ਰਚਾਰ ਪ੍ਰਸਾਰ ਕੀਤਾ ਸੀ, ਉੱਥੋਂ ਸੰਗਤਾਂ ਗੁਰੂ ਅਰਜਨ ਦੇਵ ਜੀਆਂ ਦੇ ਦਰਸ਼ਨਾਂ ਲਈ ਆਈਆਂ ਹਨ। ਇਹਨਾਂ ਦੇਸ਼ਾਂ ਵਿਦੇਸ਼ਾਂ ਤੋਂ ਵੱਡਿਆਂ ਟੋਲਿਆਂ ਦੇ ਵਿੱਚ ਇਕੱਠੇ ਹੋ ਆਏ ਨੇ। ਏਦਾਂ ਗੁਰੂ ਅਰਾਧਦੇ ਹੋਏ ਬਹੁਤਾ ਧਨ ਪਦਾਰਥ ਲੈ ਧੰਨ ਗੁਰੂ ਅਰਜਨ ਦੇਵ ਜੀਆਂ ਚਰਨਾਂ ਪਾਸ ਆਏ ਨੇ। ਏਦਾਂ ਸੰਗਤ ਜੀ ਆਪ ਦੁਰਲਭ ਪਦਾਰਥ ਆਏ ਪਾਸ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਚਰਨਾਂ ਵਿੱਚ ਆ ਕਰਕੇ ਜੋ ਪਦਾਰਥ ਜੀਵਨ ਅੰਦਰ ਨਹੀਂ ਵੀ ਪ੍ਰਾਪਤ ਹੋਣੇ ਸੰਗਤ ਜੀ, ਉਹ ਵੀ ਏਦਾਂ ਪ੍ਰਾਪਤ ਹੁੰਦੇ ਨੇ। ਬਹੁਤਾ ਧਨ ਪਦਾਰਥ ਸੰਗਤਾਂ ਆ ਕਰਕੇ ਗੁਰੂ ਅਰਜਨ ਦੇਵ ਜੀਆਂ ਦੇ ਚਰਨਾਂ ਪਾਸ ਅਰਪਦੀਆਂ ਨੇ। ਸੰਗਤ ਜੀ ਵੈਸਾਖ ਮਹੀਨੇ ਦੀ ਸੰਗਰਾਂਦ ਆਈ ਹੈ ਤੇ ਸ੍ਰੀ ਹਰਿਮੰਦਰ ਸਾਹਿਬ ਦੀਆਂ ਅੰਦਰ ਦੀਪਮਾਲਾ ਹੋਈ ਹੈ। ਭਾਵ ਬਹੁਤੇ ਦੇਸੀ ਘਿਓ ਦੇ ਦੀਵੇ ਜਗੇ ਹਨ। ਸਿੱਖ ਸੰਗਤ ਤਬ ਆਪ ਤੇ ਵਿਸ਼ੇਖ। ਪਰ ਸੰਗਤ ਜੀ ਵਿਸਾਖੀ ਦੇ ਸ਼ੁਭ ਦਿਹਾੜੇ ਉੱਪਰ ਤੇ ਬਹੁਤੀਆਂ ਸਿੱਖ ਸੰਗਤਾਂ ਇਸ਼ਨਾਨ ਕਰਨ ਲਈ ਹਰਿਮੰਦਰ ਸਾਹਿਬ ਆਉਂਦੀਆਂ ਨੇ। ਗੁਰ ਤੀਰ ਭੀਰ ਭਰ ਜਾਏ ਭੂਰ। ਗੁਰੂ ਅਰਜਨ ਦੇਵ ਜੀਆਂ ਦੇ ਚੌਗਿਰਦ ਚਾਰੇ ਪਾਸੇ ਸੰਗਤਾਂ ਦੀ ਭੀੜ ਵੱਧ ਜਾਂਦੀ ਹੈ। ਇੱਕ ਦਰਸ਼ਨ ਹਿਤ ਆਵਤੇ ਜ਼ਰੂਰ। ਇੱਕ ਸੰਗਤ ਜੀ ਜੋ ਦੂਰ ਦਰੇਡਿਆਂ ਤੋਂ ਦਰਸ਼ਨਾਂ ਲਈ ਆਉਂਦੇ ਨੇ, ਸਾਲ ਦੇ ਵਿੱਚ ਇੱਕ ਵਾਰੀ ਜਿਹੜੇ ਦੂਰ ਵਸਦੇ ਲੋਕ ਨੇ ਧੰਨ ਗੁਰੂ ਅਰਜਨ ਦੇਵ ਜੀਆਂ ਦੇ ਦਰਸ਼ਨਾਂ ਲਈ ਆਉਂਦੇ ਹਨ। ਸਭ ਘਟਨ ਜਾਨ ਗਣ ਸਿੱਖ ਆਏ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਸਾਰਿਆਂ ਦੇ ਹਿਰਦੇ ਦੀਆਂ ਜਾਣਨ ਵਾਲੇ ਨੇ, ਜਿਹੜੇ ਵੱਡੀ ਗਿਣਤੀ ਵਿੱਚ ਦੂਰ ਦਰੇਡਿਆਂ ਤੋਂ ਗੁਰਸਿੱਖ ਆਏ ਨੇ। ਆਨੰਦ ਉਪਾਏ। ਜੋ ਵੀ ਆ ਕੇ ਜਿਹੜੀਆਂ ਅਰਦਾਸਾਂ ਕਰਦੇ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਮਨ ਬਾਸ਼ਤ ਹੀ ਫਲ ਦਿੰਦੇ ਨੇ। ਉਪਦੇਸ਼ ਦੇਤ ਸਤਨਾਮ ਤੇਰਾ। ਸਾਰੀਆਂ ਹੀ ਸੰਗਤਾਂ ਨੂੰ ਉਪਦੇਸ਼ ਦਿੰਦੇ ਨੇ, ਭਾਈ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਣਾ ਚਾਹੀਦਾ ਹੈ, ਸਤਨਾਮ ਵਾਹਿਗੁਰੂ ਆਰਾਧਨਾ ਚਾਹੀਦਾ ਹੈ, ਤਾਂ ਹੀ ਇਹ ਮਨੁੱਖਾ ਜੀਵਨ ਸਫਲ ਹੋਵੇਗਾ। ਸਿਮਰੰਤ ਸਿੱਖ ਸ਼ਕਤੀ ਵਡੇਰ। ਔਰ ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਉਪਦੇਸ਼ ਦਿੰਦੇ ਨੇ, ਵੱਡੀ ਸ਼ਕਤੀ ਜਾਣ ਕਰਕੇ ਗੁਰੂ ਘਰ ਦੀ
ਸੰਗਤਾਂ ਇਸ ਪ੍ਰਕਾਰ ਸਿਮਰਦੀਆਂ ਹਨ। ਤਜ ਕਾਮ ਕ੍ਰੋਧ ਮਤ ਲੋਭ ਮੋਹ ਫਿਰ ਗੁਰੂ ਅਰਜਨ ਦੇਵ ਜੀਆਂ ਦੇ ਚਰਨ ਪਰਸ ਕਰਕੇ ਸੰਗਤ ਜੀ ਆਏ ਹੋਏ ਗੁਰਸਿੱਖਾਂ ਅੰਦਰ ਜੋ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈ, ਇਹ ਵਿਕਾਰ ਸ਼ਾਂਤ ਹੁੰਦੇ ਨਾਸ਼ ਹੁੰਦੇ ਹਨ। ਅਪਮਾਨ ਮਾਨ ਇਕ ਰਸਤੇ ਕੋਕੋ ਏਦਾਂ ਸੰਗਤ ਜੀ ਕੋਈ ਬਹੁਤਾ ਗਰੀਬ ਹੈ, ਕੋਈ ਬਹੁਤਾ ਅਮੀਰ ਹੈ, ਕੋਈ ਉੱਚੀ ਜਾਤੀ ਦਾ ਹੈ, ਕੋਈ ਨੀਵੀਂ ਜਾਤੀ ਦਾ ਹੈ, ਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਸਾਰਿਆਂ ਨੂੰ ਇੱਕੋ ਜਿਹਾ ਸਤਿਕਾਰ ਬਖਸ਼ਦੇ ਨੇ। ਪੌਪੈ ਤੇ ਬਾਰ ਭਾਣਾ ਸੁਮਨ ਧੰਨ ਗੁਰੂ ਅਰਜਨ ਦੇਵ ਜੀ ਜਦੋਂ ਦੀਵਾਨ ਸਜਦਾ, ਸੱਚੇ ਪਾਤਸ਼ਾਹ ਕਥਾ ਕਰਨ ਬੈਠਦੇ, ਸੰਗਤਾਂ ਨੂੰ ਉਪਦੇਸ਼ ਦਿੰਦੇ ਕਿ ਭਾਈ ਗੁਰਸਿੱਖੋ, ਆਪਣੇ ਅੰਦਰੋਂ ਜਿਹੜਾ ਹਉਮੈ ਹੰਕਾਰ ਹੈ ਨਾ, ਜਿਹੜਾ ਪਰਮੇਸ਼ਰ ਵੱਲ ਤੁਰਨ ਨਹੀਂ ਦਿੰਦਾ, ਧਰਮ ਦੇ ਰਸਤੇ ਵੱਲ ਤੁਰਨ ਨਹੀਂ ਦਿੰਦਾ, ਉਸ ਹਉਮੈ ਹੰਕਾਰ ਨੂੰ ਛੱਡ ਦੇਵੋ ਔਰ ਪਰਮੇਸ਼ਰ ਦਾ ਭਾਣਾ ਜੀਵਨ ਅੰਦਰ ਮਿੱਠਾ ਕਰ ਮੰਨੋ ਜੀ। ਪ੍ਰਾਪਤ ਕਰਿਓ ਗਿਆਨ ਨੇਤਰ ਪ੍ਰਸੰਨ ਜੋ ਵੀ ਜੀਵਨ ਅੰਦਰ ਚੰਗਾ ਮੰਦਾ ਹੁੰਦਾ ਹੈ, ਪਰਮੇਸ਼ਰ ਨੇ ਕੀਤਾ ਜਾਣ ਕਰਕੇ, ਆਪਣਾ ਭਲਾ ਜਾਣ ਕਰਕੇ ਹਰ ਦਿਨ ਪ੍ਰਸੰਨ ਰਹੋ, ਖੁਸ਼ ਗੁਜ਼ਾਰੋ ਜੀ। ਅਪਰ ਕੋਈ ਦੁੱਖ ਸੁੱਖ ਜਦੇ ਇਸ ਪ੍ਰਕਾਰ ਐਵੇਂ ਕਿਸੇ ਨਾਲ ਈਰਖਾ ਝਗੜਾ ਨਾ ਕਰਿਆ ਕਰੋ। ਸੰਸਾਰ ਵਿੱਚ ਕੋਈ ਵੀ ਨਹੀਂ ਜੋ ਤੁਹਾਨੂੰ ਦੁੱਖ ਦੇ ਸਕੇ ਜਾਂ ਤੁਹਾਨੂੰ ਸੁੱਖ ਦੇ ਸਕੇ। ਇੱਕੋ ਅਕਾਲ ਪੁਰਖ ਵਾਹਿਗੁਰੂ ਹੈ, ਜਿਸ ਦੇ ਕਹੇ ਅਨੁਸਾਰ ਲਿਖੇ ਕਰਮਾਂ ਅਨੁਸਾਰ ਜੀਵਨ ਦੇ ਦੁੱਖ ਸੁੱਖ ਭੋਗੀਦੇ ਹਨ। ਕਰਤਾਰ ਪੁਰਖ ਤਿਸ ਨਾਮ ਲਿਆ ਇੱਕ ਅਕਾਲ ਪੁਰਖ ਵਾਹਿਗੁਰੂ ਜੋ ਕਰਤਾਰ ਸਭ ਕੁਝ ਕਰਨਹਾਰ ਹੈ, ਜਿਸ ਦੇ ਹੱਥ ਵਿੱਚ, ਜਿਸ ਦੇ ਕਰ ਭਾਵ ਹੱਥਾਂ ਵਿੱਚ ਤਾਰ, ਰੋਜੀ ਦੀ ਤਾਰ ਹੈ। ਸੰਗਤ ਜੀ ਰੋਜੀ ਰੋਟੀ ਜਿਸ ਦੇ ਹੱਥ ਵਿੱਚ ਹੈ, ਜਿਸ ਨੇ ਬਖਸ਼ਿਸ਼ ਕਰਨੀ ਹੈ, ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲੈਣਾ ਚਾਹੀਦਾ ਹੈ। ਤੇ ਪਰਮੇਸ਼ਰ ਕਦੇ ਵੀ ਕਿਸੇ ਨਾਲ ਅਨਿਆਏ ਨਹੀਂ ਕਰਦਾ, ਕਦੇ ਵੀ ਕਿਸੇ ਨਾਲ ਮਹਾਰਾਜ ਵੈਰ ਨਹੀਂ ਕਰਦੇ। ਮਹਾਰਾਜ ਪਰਮੇਸ਼ਰ ਦਾ ਨਿਰਭਉ ਔਰ ਨਿਰਵੈਰ ਹਨ। ਸਭ ਜਨਤਾ ਜੋਗ ਕ੍ਰਿਤ ਕਰਤ ਸੋਏ ਔਰ ਜੋ ਵੀ ਵਾਹਿਗੁਰੂ ਕਰਦਾ ਹੈ ਨਾ, ਚੰਗਾ ਹੀ ਕਰਦਾ ਹੈ, ਉਹਦੇ ਵਿੱਚ ਵੀ ਸਾਡਾ ਭਲਾ ਹੀ ਹੁੰਦਾ ਹੈ। ਪਰ ਅਸੀਂ ਭਾਣਾ ਮੰਨਣਾ ਨਹੀਂ ਸਿੱਖਿਆ। ਜੇਕਰ ਕੋਈ ਚੰਗਾ ਹੋ ਜਾਵੇ ਤੇ ਸੰਗਤ ਜੀ ਉਹ ਅਸੀਂ ਕੀਤਾ ਹੈ, ਜੇਕਰ ਕੁਝ ਮੰਦਾ ਹੋ ਜਾਵੇ ਤੇ ਰੱਬ ਨੇ ਕੀਤਾ ਹੈ, ਉਲਾਂਭੇ ਦਿੰਦੇ ਹਨ। ਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਥਾ ਵਿੱਚ ਸਮਝਾਉਂਦੇ ਹਨ ਸੰਗਤਾਂ ਨੂੰ, ਵਿਸਾਖੀ ਦੇ ਦਿਹਾੜੇ ਤੇ ਸਭ ਜਥਾ ਜੋਗ ਕ੍ਰਿਤ ਕਰਹਿ ਸੋਏ। ਇੱਕ ਅਕਾਲ ਪੁਰਖ ਵਾਹਿਗੁਰੂ ਜੋ ਵੀ ਕਰਦਾ ਹੈ ਭਲਾ ਹੀ ਕਰਦਾ ਹੈ। ਆਸਦੀਨ ਬੰਦ ਤਿਸ ਕਰਮੋ ਮੀਤ ਸੰਸਾਰ ਦੇ ਬਾਕੀ ਸਹਾਰਿਆਂ ਨੂੰ ਛੱਡ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਹੀ ਜੀਵਨ ਅੰਦਰ ਮਿੱਤਰ ਬਣਾ ਲਓ ਜੀ। ਪੁਣ ਚਿੰਤ ਛੋਰ ਘਰ ਨਾਮ ਚੀਤ ਔਰ ਜਿਹੜੀ ਚਿੰਤਾ ਕਰਦੇ ਰਹਿੰਦੇ ਆ ਨਾ ਦਿਨ ਰਾਤ ਕਿ ਇਹ ਕਿਵੇਂ ਹੋਵੇਗਾ, ਉਹ ਕਿਵੇਂ ਹੋਵੇਗਾ, ਮਹਾਰਾਜ ਕਹਿੰਦੇ ਭਾਈ ਚਿੰਤਾ ਕਰਨੀ ਛੱਡ ਦੇਵੋ ਤੇ ਇੱਕੋ ਨਾਮ ਨੂੰ ਆਪਣੇ ਜੀਤ ਹਿਰਦੇ ਅੰਦਰ ਵਸਾ ਲਵੋ। ਇਸ ਭਾਂਤ ਦੇਤ ਉਪਦੇਸ਼ ਸਾਰ ਇਸ ਪ੍ਰਕਾਰ ਧੰਨ ਗੁਰੂ ਅਰਜਨ ਦੇਵ ਜੀ ਆਈਆਂ ਸੰਗਤਾਂ ਨੂੰ ਸ੍ਰੇਸ਼ਟ ਉੱਤਮ ਉਪਦੇਸ਼ ਬਖਸ਼ਦੇ ਨੇ। ਔਰ ਧਰਤੀ ਦੇ ਨਾਰ ਤਿੰਨ ਕਹੇ ਉਧਾਰ ਸੰਗਤ ਜੀ ਜਿਹੜੇ ਫਿਰ ਗੁਰਸਿੱਖ ਕੀਤੀ ਹੋਈ ਕਥਾ ਨੂੰ ਜੀਵਨ ਅੰਦਰ ਧਾਰਨ ਕਰ ਲੈਂਦੇ ਨੇ, ਉਹਨਾਂ ਦੇ ਹਿਰਦੇ ਅੰਦਰੋਂ ਜਿਹੜਾ ਚਿੰਤਾ ਦਾ ਭੈ ਹੈ ਉਹ ਰਹਿਤ ਹੋ ਜਾਂਦੇ ਨੇ। ਜਿਹੜਾ ਜੀਵਨ ਦਾ ਭੈ ਮੁੱਕ ਜਾਂਦਾ ਹੈ, ਉਹਨਾਂ ਦੇ ਹਿਰਦੇ ਅੰਦਰ ਖੁਸ਼ੀ ਹੀ ਖੁਸ਼ੀ ਸਮਾਉਂਦੀ ਹੈ। ਸਿੱਖ ਕਰਾਮਾਤ ਜੁਤ ਟੇਕ ਟੇਕ ਏਦਾਂ ਸੰਗਤ ਜੀ ਬੜੇ ਗੁਰਸਿੱਖ ਨੇ, ਜਿਹੜੇ ਸ਼ਕਤੀ ਭਗਤੀ ਵਾਲੇ ਨੇ, ਬੜੇ ਕਰਾਮਾਤਾਂ ਦੇ ਧਾਰਨੀ ਹਨ। ਗੁਰੂ ਪੱਗ ਧਰਮੀ ਟੇਕ ਸੰਗਤ ਜੀ ਉਹ ਵੀ ਗੁਰਸਿੱਖ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਚਰਨੀ ਲੱਗੇ, ਕਿਉਂਕਿ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚੋਂ ਹੀ ਜਿਹੜੀਆਂ ਰਿੱਧੀਆਂ ਸਿੱਧੀਆਂ ਸੁੱਖ ਧਨ ਪਦਾਰਥ ਪ੍ਰਾਪਤ ਹੋਣਾ ਹੈ। ਅੰਮ੍ਰਿਤ ਵਧੇਕ ਜਪ ਸਾਧ ਪਾਏ। ਫਿਰ ਸੰਗਤ ਜੀ
ਜਿਨ੍ਹਾਂ ਨੂੰ ਗੁਰੂ ਅਰਜਨ ਦੇਵ ਵਰਗਾ ਗੁਰੂ ਪ੍ਰਾਪਤ ਹੋ ਜਾਵੇ, ਜਿੱਥੇ ਅੰਮ੍ਰਿਤ ਰਸ ਗੁਰਬਾਣੀ ਦੀ ਕਥਾ ਕੀਰਤਨ ਹੁੰਦਾ ਹੋਵੇ, ਅੰਮ੍ਰਿਤ ਰਸ ਗੁਰੂ ਨਾਨਕ ਪਾਤਸ਼ਾਹ ਦੀ ਗੁਰਬਾਣੀ ਸੁਣਨ ਨੂੰ ਮਿਲਦੀ ਹੋਵੇ ਜੀ। ਅਸਕਨ ਮੂੜ ਤਿਨ ਤਿਆਗ ਜਾਏ। ਤੇ ਕਵੀ ਜੀ ਕਹਿੰਦੇ ਐਸੇ ਦਰ ਨੂੰ ਛੱਡ ਕਰਕੇ ਜਿਹੜੇ ਹੋਰਾਂ ਥਾਵਾਂ ਤੇ ਜਾ ਕੇ ਧੱਕੇ ਖਾਂਦੇ ਨੇ ਨਾ, ਤੇ ਕਵੀ ਜੀ ਕਹਿੰਦੇ ਭਾਈ ਉਹਨਾਂ ਤੋਂ ਵੱਡਾ ਕੋਈ ਮੂਰਖ ਨਜ਼ਰ ਨਹੀਂ ਆਉਂਦਾ ਜੀ। ਸਿੱਖ ਰੱਖੇ ਪਾਸ ਸੇਵੰਤ ਸੇਵ। ਜਿਹੜੇ ਫਿਰ ਗੁਰੂ ਕੇ ਸਿੱਖ ਨੇ ਨਾ, ਉਹੀ ਸੰਗਤ ਜੀ ਗੁਰੂ ਦੇ ਕੋਲ ਰਹਿੰਦੇ ਨੇ, ਗੁਰੂ ਦੇ ਦਰ ਤੇ ਸੇਵਾ ਸਿਮਰਨ ਕਰਦੇ ਨੇ। ਸਿੱਖ ਅਖਵਾਉਣਾ ਹੋਰ ਗੱਲ ਹੈ ਸੰਗਤ ਜੀ, ਪਰ ਸਿੱਖ ਹੋਣਾ ਹੋਰ ਗੱਲ ਹੈ। ਇਹ ਕਹਿ ਦਿੰਦੇ ਆ ਕਿ ਅਸੀਂ ਵੀ ਗੁਰੂ ਕੇ ਸਿੱਖ ਹਾਂ, ਪਰ ਗੁਰਸਿੱਖਾਂ ਵਾਲੇ ਗੁਣ ਕਿਸੇ ਵਿਰਲੇ ਵਾਧੇ ਵਿੱਚ ਹੀ ਮਿਲਦੇ ਨੇ। ਜਿਹੜੇ ਕੇਵਲ ਗੁਰੂ ਨਾਨਕ ਦੇ ਲੜ ਲੱਗੇ ਨੇ, ਦੁੱਖ ਹੋਵੇ ਸੁੱਖ ਹੋਵੇ, ਸੱਚੇ ਪਾਤਸ਼ਾਹ ਦਾ ਦਰ ਛੱਡ ਕੇ ਕਿਸੇ ਹੋਰ ਪਾਸੇ ਮੂੰਹ ਨਹੀਂ ਕਰਦੇ। ਇਸ ਲਈ ਸਿੱਖ ਹੋਣ ਵਿੱਚ ਔਰ ਸਿੱਖ ਅਖਵਾਉਣ ਵਿੱਚ ਬੜਾ ਜ਼ਮੀਨ ਅਸਮਾਨ ਦਾ ਫਰਕ ਹੈ। ਗੁਰ ਲਖੈ ਸਕਲ ਦੇਵਾਨ ਦੇਵ। ਪਰ ਸੰਗਤ ਜੀ ਜੋ ਦੇਵਤਿਆਂ ਦਾ ਵੀ ਦੇਵਤਾ ਹੈ, ਐਸਾ ਸਮਰੱਥ ਗੁਰੂ ਅਰਜਨ ਦੇਵ ਜੀ। ਗੁਰ ਅਰਕ ਸ਼ੋਕ ਜਿਨਕੇ ਨਾਲੇਸ਼। ਗੁਰੂ ਅਰਜਨ ਦੇਵ ਜੀਆਂ ਦੇ ਹਿਰਦੇ ਅੰਦਰ ਰਤੀ ਭਰ ਵੀ ਸੰਗਤ ਜੀ ਖੁਸ਼ੀ ਨਹੀਂ, ਰਤੀ ਭਰ ਵੀ ਦੁੱਖ ਨਹੀਂ। ਮਹਾਰਾਜ ਇੱਕੋ ਰਸ ਵਿੱਚ ਰਹਿੰਦੇ ਨੇ। ਚਾਰ ਰੂਪ ਸੋ ਨਕ ਜਿਉ ਕਾਸ ਬੇਸ। ਸੰਗਤ ਜੀ ਜਿਵੇਂ ਇੱਕ ਬਾਜੀਗਰ ਸੰਗਤ ਜੀ ਬਹਿਰੂਪੀਆ ਵੱਖੋ ਵੱਖਰੇ ਰੂਪ ਧਾਰਨ ਕਰਕੇ ਆਉਂਦਾ ਹੈ ਨਾ, ਕਦੇ ਚੋਰ ਕਦੇ ਸਿਪਾਹੀ ਬਣ ਜਾਂਦਾ ਹੈ, ਕਦੇ ਕਿਸੇ ਜਾਨਵਰ ਦਾ ਲਿਬਾਸ ਧਾਰਨ ਕਰ ਲੈਂਦਾ ਹੈ, ਕਦੇ ਰਾਜਾ ਕਦੇ ਭਿਖਾਰੀ ਬਣਦਾ ਹੈ। ਇੱਦਾਂ ਹੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਹਨ ਪਰਮੇਸ਼ਰ, ਪਰ ਮਨੁੱਖਾ ਸਰੀਰ ਧਾਰਨ ਕਰਕੇ ਬਹਿਰੂਪੀ ਵਾਨ ਤਮਾਸ਼ਾ ਕੀਤਾ ਹੈ। ਨਿਤ ਪ੍ਰਤ ਪ੍ਰਤਾਪ ਗੋਬਿੰਦ ਵਿਸਾਲ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦਾ ਜੋ ਪ੍ਰਤਾਪ ਹੈ, ਵਡਿਆਈ ਜਸ ਹੈ, ਆਏ ਦਿਨ ਹੀ ਵੱਧ ਰਿਹਾ ਹੈ। ਜਿਨ ਵੱਡੇ ਭਾਗ ਤਿਨ ਰਹਿਤ ਨਾਲ। ਸੰਗਤ ਜੀ ਫਿਰ ਜਿਨ੍ਹਾਂ ਦੇ ਵੱਡੇ ਭਾਗ ਹੁੰਦੇ ਨੇ ਨਾ, ਉਹਨਾਂ ਨੂੰ ਹੀ ਸਤ ਸੰਗਤ ਪ੍ਰਾਪਤ ਹੁੰਦੀ ਹੈ। ਉਹਨਾਂ ਨੂੰ ਹੀ ਐਸਾ ਗੁਰੂ, ਐਸਾ ਦਰ, ਐਸਾ ਘਰ ਪ੍ਰਾਪਤ ਹੁੰਦਾ ਹੈ। ਧੰਨ ਬ੍ਰਿੰਦ ਆਏ ਨਿਕੇ ਸ਼ੁਭ ਤਪਾਕ। ਇਹਦਾ ਸੰਗਤ ਜੀ ਧਨ ਦੇ ਢੇਰ ਲੱਗ ਜਾਂਦੇ ਨੇ ਗੁਰੂ ਅਰਜਨ ਦੇਵ ਜੀਆਂ ਦੇ ਪਾਸ। ਬਹੁਤੇ ਪ੍ਰੇਮ ਵਾਲੇ ਗੁਰਸਿੱਖ ਦੂਰ ਦਰੇਡਿਆਂ ਤੋਂ ਆ ਕਰਕੇ ਧਨ ਨੂੰ ਅਰਪਣ ਕਰਦੇ ਨੇ। ਦਸਾਂ ਨੌਹਾਂ ਦੀਆਂ ਕਿਰਤ ਕਮਾਈਆਂ ਚੋਂ ਦਸਵੰਧ ਕੱਢਦੇ ਨੇ, ਪਰ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਕਦੇ ਹੱਥ ਨਹੀਂ ਲਾਉਂਦੇ ਉਸ ਮਾਇਆ ਨੂੰ। ਸਭ ਦੇ ਲਗਾਏ ਉਪਕਾਰ ਸਾਥ। ਸੰਗਤ ਜੀ ਪਰ ਉਪਕਾਰ ਵਿੱਚ ਹੀ ਮਾਇਆ ਭੋਜਨ ਪ੍ਰਸ਼ਾਦੇ ਗੁਰੂ ਕੇ ਲੰਗਰਾਂ ਵਿੱਚ, ਇਮਾਰਤਾਂ ਦੀਆਂ ਉਸਾਰੀਆਂ ਵਿੱਚ, ਗਰੀਬਾਂ ਵਿੱਚ, ਗਰੀਬਾਂ ਦੇ ਇਲਾਜ ਲਈ ਆਦਿਕ ਸੰਗਤ ਜੀ ਧੰਨ ਗੁਰੂ ਅਰਜਨ ਦੇਵ ਜੀ ਉਹ ਮਾਇਆ ਖਰਚ ਕਰਦੇ ਨੇ। ਸੰਜਸ ਵਿਸਾਲ ਰੋਗੀ ਜੋ ਪੂਰਾ। ਐਸਾ ਜਸ ਐਸੀ ਵਡਿਆਈ ਗੁਰੂ ਅਰਜਨ ਦੇਵ ਜੀਆਂ ਦੀ ਸੁਣ ਕਰਕੇ ਜੋ ਪ੍ਰਿਥਵੀ ਚੰਦ ਵਰਗੇ ਧੋਖੇਬਾਜ਼ ਨੇ ਜਾਂ ਹੋਰ ਜਿਹੜੇ ਗੁਰੂ ਘਰ ਨਾਲ ਈਰਖਾ ਕਰਨ ਵਾਲੇ ਨੇ, ਉਹ ਝੂਠੇ ਸੜ ਮਚ ਜਾਂਦੇ ਨੇ। ਬਿਨ ਅਗਨ ਜਰਤ ਦੁੱਖ ਪਾਏ ਭੂਰ। ਇਹਦਾ ਸੰਗਤ ਜੀ ਬਿਨਾਂ ਹੀ ਅੱਗ ਤੋਂ ਸੜਦੇ ਰਹਿੰਦੇ ਨੇ। ਇੱਕ ਤੇ ਅੱਗ ਲੱਗਦੀ ਹੈ ਨਾ, ਦਿਖਾਈ ਦਿੰਦੀ ਹੈ ਕਿ ਫਲਾਣੇ ਦੇ ਸਰੀਰ ਨੂੰ ਅੱਗ ਲੱਗੀ ਹੈ, ਅੱਗ ਦੀ ਲਪੇਟ ਵਿੱਚ ਆ ਜਾਏ। ਇੱਕ ਬੈਠਾ ਚੰਗਾ ਭਲਾ ਹੁੰਦਾ ਹੈ, ਠੰਡਿਆਂ ਥਾਵਾਂ, ਠੰਡਿਆਂ ਇਲਾਕਿਆਂ, ਠੰਡਿਆਂ ਕਮਰਿਆਂ ਵਿੱਚ ਬੈਠ ਕਰਕੇ ਵੀ ਅੰਦਰੋਂ ਦੁੱਖਾਂ ਦੇ ਨਾਲ ਧੁੱਪਦੇ ਰਹਿੰਦੇ ਨੇ, ਅੰਦਰੋਂ ਸੜਦੇ ਰਹਿੰਦੇ ਨੇ। ਮਹਾਰਾਜ ਕਹਿੰਦੇ, ਕਵੀ ਜੀ ਦੱਸ ਰਹੇ ਨੇ, ਭਾਈ ਐਸੇ ਲੋਕ ਦਰੋਹੀ ਧੋਖੇਬਾਜ਼ ਹਨ। ਇਸ ਪ੍ਰਕਾਰ ਦੁਰਬੁੱਧੀ ਦੇ ਮਾਲਕ ਨੇ, ਭੈੜੀ ਬੁੱਧੀ ਦੇ, ਸ਼ੈਤਾਨ ਬੁੱਧੀ ਦੇ ਮਾਲਕ ਹਨ। ਇਹਦਾ ਸੰਗਤ ਜੀ ਹਾਥੀਆਂ ਦੇ ਵਾਂਗ, ਹਾਥੀਆਂ ਜਿੰਨਾ ਵੱਡਾ ਇਹਨਾਂ ਅੰਦਰ ਹੰਕਾਰ ਹੁੰਦਾ ਹੈ। ਇਸ ਲਈ ਇਹਨਾਂ ਦਾ ਕੀਤਾ ਹਰ ਕਾਰਜ ਨਿਰਫਲ ਜਾਂਦਾ ਹੈ। ਇਹਦਾ ਸੰਗਤ ਜੀ ਕੋ ਕਹੇ ਤਿਨ ਹੋ ਕੇ ਸੰਗ ਜਾਏ। ਇਹਦਾ ਸੰਗਤ ਜੀ ਕੌਣ ਕਹਿੰਦਾ ਹੈ ਕਿ ਸ਼ੁਭ ਗੁਣ
ਇਸ ਪ੍ਰਕਾਰ ਨਾਸ਼ ਹੋ ਜਾਂਦੇ ਨੇ। ਜਿਹੜਾ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈ, ਇਹ ਤੇ ਸੰਗਤ ਜੀ ਇੱਥੇ ਹੀ ਨਾਸ਼ ਹੋ ਜਾਂਦਾ ਹੈ। ਲੋਭ ਤੋਂ ਪਰਲੋਕ ਕੀਤੀ ਹੋਈ ਸਤ ਸੰਗਤ ਕਮਾਏ ਹੋਏ ਜੀਵਨ ਦੇ ਸ਼ੁਭ ਗੁਣ ਦਰਗਾਹ ਵਿੱਚ ਜਾਂਦੇ ਨੇ। ਤਤ ਮਨ ਕਿਉ ਨਾ ਭਗ ਪ੍ਰਭੁ ਆਏ। ਫਿਰ ਸੰਗਤ ਜੀ ਜੇਕਰ ਜੋ ਚੀਜ਼ ਨੇ ਦਰਗਾਹ ਵਿੱਚ ਨਾਲ ਜਾਣਾ ਹੈ, ਉਹਦੀ ਕਮਾਈ ਕਿਉਂ ਨਹੀਂ ਕਰਦੇ? ਕਿਉਂ ਨਹੀਂ ਨਿਤਨੇਮੀ ਹੁੰਦੇ? ਕਿਉਂ ਨਹੀਂ ਅੰਮ੍ਰਿਤ ਛਕ ਕਰਕੇ ਗੁਰੂ ਵਾਲੇ ਬਣਦੇ? ਕਿਉਂ ਨਹੀਂ ਸਤ ਸੰਗਤ ਕਰਦੇ? ਕਿਉਂ ਨਹੀਂ ਗੁਰਬਾਣੀ ਪੜ੍ਹਦੇ? ਇਸ ਪ੍ਰਕਾਰ ਤਜ ਮਨ ਕਿਉਂ ਨਾ ਪਗ ਪ੍ਰਭ ਆਏ। ਐਸੇ ਸਤਿਗੁਰਾਂ ਦੇ ਚਰਨਾਂ ਦੇ ਪਾਸ ਕਿਉਂ ਨਹੀਂ ਹੰਕਾਰ ਨੂੰ ਛੱਡ ਕੇ ਝੁਕਦੇ ਜੀ। ਔਰ ਆਨੰਦ ਲਭ ਕੋ ਦੁਖ ਹਵੇ ਨ ਕੋਈ। ਸੰਗਤ ਜੀ ਜੋ ਝੁਕ ਜਾਂਦੇ ਨੇ ਨਾ, ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਚਰਨਾਂ ਪਾਸ ਕਵੀ ਜੀ ਕਹਿੰਦੇ ਲੋਕ ਪ੍ਰਲੋਕ ਦਾ ਆਨੰਦ ਪ੍ਰਾਪਤ ਕਰ ਲੈਂਦੇ ਨੇ। ਜੀਵਨਾਂ ਅੰਦਰੋਂ ਦੁੱਖ ਅਲੋਪ ਹੋ ਜਾਂਦੇ, ਲੁਕ ਜਾਂਦੇ ਹਨ। ਸਗਲੇ ਪਦਾਰਥ ਨ ਲਿਖ ਸੋਏ। ਫਿਰ ਸੰਗਤ ਜੀ ਸਾਰੇ ਹੀ ਪਦਾਰਥ ਧਰਮ ਅਰਥ ਕਾਮ ਮੋਖ ਆਦਿ ਇਹਨਾਂ ਪਦਾਰਥਾਂ ਦੀ ਪ੍ਰਾਪਤੀ ਹੁੰਦੀ ਹੈ। ਕਿਆ ਕਰਕੇ ਜੰਤ ਖਿੜਕੇ ਨ ਭਾਗ। ਫਿਰ ਸੰਗਤ ਜੀ ਜਿਨ੍ਹਾਂ ਦੇ ਮਾੜੇ ਭਾਗ ਨੇ ਨਾ, ਉਹ ਕਰ ਵੀ ਕੀ ਸਕਦੇ ਨੇ? ਉਹ ਕੇਵਲ ਨਿੰਦਿਆ ਹੀ ਕਰ ਸਕਦੇ ਨੇ। ਉਹ ਕੇਵਲ ਇਸ ਪ੍ਰਕਾਰ ਗੁਰੂ ਘਰ ਦੇ ਨਾਲ ਮੱਥਾ ਤੇ ਲਾ ਸਕਦੇ ਨੇ, ਪਰ ਮੱਥਾ ਟੇਕ ਨਹੀਂ ਸਕਦੇ। ਕੌਣ? ਜਿਨ੍ਹਾਂ ਦੇ ਮਾੜੇ ਭਾਗ ਘਰੋਂ ਲਿਖੇ ਹਨ। ਜਸ ਸੁਨਤ ਜਰਤ ਔਰ ਕੀਨ ਆਗ। ਗੁਰੂ ਘਰ ਦੀ ਵਡਿਆਈ ਸੁਣ ਕਰਕੇ, ਗੁਰੂ ਦਾ ਜਸ ਸੁਣ ਕਰਕੇ ਉਹਨਾਂ ਦੇ ਹਿਰਦੇ ਆਗਵਾਨ ਸੜਦੇ ਨੇ। ਜਿਉ ਜਿਉ ਪ੍ਰਤਾਪ ਗੁਰੂ ਕੋ ਵਧੰਤ। ਇਹਦਾ ਸੰਗਤ ਜੀ ਜੋ ਗੁਰੂ ਦਾ ਪ੍ਰਤਾਪ ਹੈ ਨਾ, ਇਹ ਤੇ ਆਏ ਦਿਨ ਵੱਧਦਾ ਜਾਣਾ ਹੈ। ਕੋਈ ਜਿੰਨੀ ਮਰਜ਼ੀ ਨਿੰਦਿਆ ਕਰ ਲਵੇ, ਜਿੰਨਾ ਮਰਜ਼ੀ ਛਲ ਕਮਾ ਲਵੇ, ਆਏ ਦਿਨ ਜਿਹੜਾ ਸੰਗਤ ਜੀ ਪ੍ਰਤਾਪ ਹੈ, ਉਹ ਗੁਰੂ ਘਰ ਦਾ ਗੁਰੂ ਦਾ ਵੱਧਦਾ ਜਾਣਾ ਹੈ। ਪਰ ਸੰਗਤ ਦੀ ਜਿਹੜੇ ਮੂਰਖ ਲੋਕ ਨੇ, ਉਹਨਾਂ ਨੂੰ ਮੂੰਹ ਛੁਪਾਉਣੇ ਪੈ ਜਾਂਦੇ ਨੇ। ਜੀਵਨ ਅੰਦਰ ਐਸੇ ਕਲੰਕ ਖੱਟ ਲੈਂਦੇ ਨੇ। ਸੰਗਤ ਜੀ ਪੀੜ੍ਹੀਆਂ ਦਰ ਪੀੜ੍ਹੀਆਂ ਦੀ ਨੀਵੀਂ ਪਈ ਰਹਿੰਦੀ ਹੈ, ਮੁੱਖ ਛੁਪਾਉਣੇ ਪੈ ਜਾਂਦੇ ਹਨ। ਸੰਗਤ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਤਾਂ ਐਸਾ ਘਰ ਹੈ, ਇੱਥੇ ਫੌਜਾਂ ਨੇ ਸੰਗਤ ਜੀ ਟੈਂਕ ਤੋਪਾਂ ਚੜਾ ਕੇ ਵੇਖ ਲਏ, ਗੋਲੀਆਂ ਦਾ ਮੀਂਹ ਪਾ ਕੇ ਵੇਖ ਲਿਆ ਏ, ਪਰ ਗੁਰੂ ਰਾਮਦਾਸ ਕੇ ਹੋਏ ਭੀੜ। ਅੱਜ ਵੀ ਭੀੜ ਲੱਗੀ ਹੈ, ਉਦੋਂ ਦੁੱਗਣੀ ਵੱਧਦੀ ਹੈ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਆਪਣੀਆਂ ਸਪੀਚਾਂ ਦੇ ਅੰਦਰ ਕਹਿੰਦੇ ਸਨ ਕਿ ਗੁਰਸਿੱਖ ਦਾ ਜੀਵਨ ਇੱਕ ਗੇਂਦ ਵਰਗਾ ਹੈ। ਜਿੰਨੀ ਜ਼ੋਰ ਦੀ ਇਹਨੂੰ ਥੱਲੇ ਸੁੱਟੋਗੇ ਨਾ, ਓਨਾ ਹੀ ਉਛਲ ਕੇ ਉੱਪਰ ਆਵੇਗਾ। ਸੰਗਤ ਜੀ ਇਸ ਪ੍ਰਕਾਰ ਨਿੰਦਕ ਲੋਕ ਦੁਸ਼ਟ ਲੋਕਾਂ ਨੇ ਧਰੋ ਕਮਾਏ ਨੇ, ਗੁਰੂ ਘਰਾਂ ਨਾਲ ਮੱਥੇ ਲਾਏ ਨੇ, ਪਰ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਘਰ ਵਿੱਚ ਕਦੋਂ ਕਿਸੇ ਚੀਜ਼ ਦੀ ਤੋਟ ਆਈ ਹੈ? ਅੱਜ ਦੀ ਗੁਰਸਿੱਖ ਸੰਗਤਾਂ ਇੱਦਾਂ ਦੇਸ਼ਾਂ ਵਿਦੇਸ਼ਾਂ ਤੋਂ ਆ ਕਰਕੇ ਵੱਖੋ ਵੱਖਰੇ ਧਰਮਾਂ ਦੇ ਲੋਕ ਸਿਰ ਝੁਕਾਉਂਦੇ ਨੇ, ਸਿਰ ਨਿਭਾਉਂਦੇ ਨੇ। ਜੋ ਵੀ ਕੋਈ ਆਸਾ ਮਨਸਾ ਲੈ ਕੇ ਸ਼੍ਰੀ ਹਰਿਮੰਦਰ ਸਾਹਿਬ ਆਉਂਦਾ ਹੈ, ਉਹੀ ਪੂਰਨ ਹੁੰਦੀ ਹੈ। ਸੰਗਤ ਜੀ ਜਿਨ੍ਹਾਂ ਨੂੰ ਦਿਸਦਾ ਨਹੀਂ ਦਿਸਣ ਲੱਗਦਾ ਹੈ, ਜੋ ਤੁਰ ਨਹੀਂ ਸਕਦੇ ਲੱਤਾਂ ਵਿੱਚ ਜਾਨ ਪੈ ਜਾਂਦੀ ਹੈ, ਜੋ ਬੋਲ ਨਹੀਂ ਸਕਦੇ ਰਸਨਾ ਕੰਮ ਕਰਨ ਲੱਗ ਜਾਂਦੀ ਹੈ, ਹੱਥ ਪੈਰ ਸਹੀ ਸਲਾਮਤ ਜਿੱਥੇ ਤਨ ਦੇ ਰੋਗ ਦੂਰ ਹੁੰਦੇ ਨੇ, ਉੱਥੇ ਗੁਰਬਾਣੀ ਪੜ੍ਹ ਕਰਕੇ ਮਨ ਦੇ ਰੋਗ ਵੀ ਦੂਰ ਹੁੰਦੇ ਨੇ। ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਗ੍ਰਹਿ ਵਿਖੇ ਕਵੀ ਜੀ ਕਹਿੰਦੇ ਆਏ ਦਿਨ ਭੀੜ ਵੱਧਦੀ ਹੈ। ਇਹਦਾ ਸੰਗਤ ਜੀ ਫਿਰ ਬਹੁਤੇ ਜਿਹੜੇ ਪ੍ਰੇਮ ਵਾਲੇ ਗੁਰਸਿੱਖ ਨੇ, ਧੰਨ ਗੁਰੂ ਅਰਜਨ ਦੇਵ ਜੀਆਂ ਦੇ ਕੋਲ ਬਸਣ ਲੱਗੇ ਨੇ। ਸੰਗਤ ਜੀ ਜਿਹੜੇ ਮਨ ਦੇ ਵਿਕਾਰ ਨੇ, ਇਹ ਹਿਰਨ ਵਰਗੇ ਨੇ, ਔਰ ਗੁਰੂ ਕੀ ਗੁਰਬਾਣੀ ਸ਼ੇਰ ਵਰਗੀ ਹੈ। ਸ਼ੇਰ ਨੂੰ ਵੇਖ ਕਰਕੇ ਕਦੋਂ ਹਿਰਨ ਅੱਗੇ ਖੜੇ ਨੇ। ਹਿਰਨਾਂ ਨੂੰ ਦੌੜਨ ਨੂੰ ਥਾਂ ਨਹੀਂ ਲੱਭਦਾ ਜਦੋਂ ਸ਼ੇਰ ਦੇ ਹਾੜ ਮਾਰਦਾ ਹੈ। ਗੁਰੂ ਕੀ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੀਆਂ ਦਾ ਆਸਰਾ ਹੈ, ਉਹ ਇੱਕ ਸ਼ੇਰ ਵਰਗਾ ਹੈ। ਔਰ ਜੋ ਸੰਸਾਰ ਦੇ ਵਿਕਾਰ ਹਨ, ਵਿਸ਼ੇ ਹਨ, ਇਹ ਹਿਰਨ ਵਰਗੇ ਹਨ।
ਸੰਤੋਖ ਸਿੰਘ ਤੇ ਕਬੀਰ ਜੀ ਕਹਿੰਦੇ ਸੰਤੋਖ ਸਿੰਘ ਜੀ ਕਹਿ ਰਹੇ ਨੇ, ਔ ਗੁਰੂ ਕੇ ਸਿੱਖਾ ਕਿਉਂ ਸਾਰਾ ਸਾਰਾ ਦਿਨ ਸੌਂ ਕੇ ਗੁਜ਼ਾਰ ਦਿੰਦਾ ਹੈ? ਕਿਉਂ ਕਈ ਕਈ ਮਹੀਨੇ ਤੂੰ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਦਰਸ਼ਨ ਨਹੀਂ ਕਰਦਾ? ਜਿਹਨੇ ਤੇਰਾ ਲੋਕ ਤੇ ਪਰਲੋਕ ਸਵਾਰਨਾ ਹੈ, ਐਸੇ ਗੁਰੂ ਦੇ ਦਰਸ਼ਨਾਂ ਤੋਂ ਕਿਉਂ ਵਾਂਝਾ ਹੈ? ਜਿਹਨੇ ਤੈਨੂੰ ਸੰਸਾਰ ਦੇ ਜੀਵਨ ਦੇ ਪਰਿਵਾਰ ਦੇ ਸਾਰੇ ਹੀ ਸੁੱਖ ਬਖਸ਼ਿਸ਼ ਕਰ ਦਿੱਤੇ ਨੇ। ਦੇਸ਼ਾਂ ਤੋਂ ਵਿਦੇਸ਼ ਤੇ ਬੜੀ ਕਾਹਲੀ ਨਾਲ ਉਡਾਰੀ ਮਾਰ ਜਾਂਦਾ ਹੈ, ਪਰ ਜਿਹੜਾ ਗੁਰੂ ਘਰ ਦਾ ਦਰ ਉਹ ਤੈਨੂੰ ਦੂਰ ਲੱਗਦਾ ਹੈ। ਕਿਉਂ ਐਸੇ ਗੁਰਾਂ ਦੇ ਦਰਸ਼ਨਾਂ ਤੋਂ ਵਾਂਝਾ ਹੈ? ਕੁਛ ਦਿਵਸ ਬਤੀਤ ਭਾਏ ਗੁਰ ਕੋ ਇਸੀ ਪ੍ਰਕਾਰ। ਇਸ ਪ੍ਰਕਾਰ ਸ੍ਰੀ ਹਰਿਮੰਦਰ ਸਾਹਿਬ ਜੀਆਂ ਦੇ ਅੰਦਰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ, ਧੰਨ ਮਾਤਾ ਗੰਗਾ ਜੀ, ਬਾਲਕ ਹਰਗੋਬਿੰਦ ਜੀ ਪਰਿਵਾਰ ਦੇ ਨਾਲ ਗੁਰੂ ਅਰਜਨ ਦੇਵ ਜੀਆਂ ਨੂੰ ਕਈ ਦਿਨ ਏਦਾਂ ਹੀ ਬਤੀਤ ਹੋਏ ਨੇ। ਅਕਲ ਕਥਾ ਤੇ ਜੋ ਪਦਾਰਥ ਚਾਰ। ਤੇ ਕਵੀ ਜੀ ਕਹਿੰਦੇ ਭਾਈ ਇੱਥੇ ਇਹ ਅਧਿਆਇ ਸਮਾਪਤ ਹੁੰਦਾ ਹੈ। ਜੋ ਅਗਲੀ ਕਥਾ ਆਵੇਗੀ ਨਾ ਐਸੀ ਸੁੰਦਰ ਹੈ, ਜੋ ਵੀ ਬੈਠ ਕੇ ਸੁਣ ਲਵੇਗਾ, ਅਮਲ ਕਰ ਲਵੇਗਾ, ਉਹਨੂੰ ਇਸ ਪ੍ਰਕਾਰ ਜਿਹੜੇ ਚਾਰ ਪਦਾਰਥ ਹਨ ਨਾ ਧਰਮ ਦੀ ਪ੍ਰਾਪਤੀ ਹੋਵੇਗੀ, ਇਸ ਪ੍ਰਕਾਰ ਮਾਇਆ ਦੀ ਪ੍ਰਾਪਤੀ ਹੋਵੇਗੀ, ਮੁਕਤੀ ਦੀ ਪ੍ਰਾਪਤੀ ਹੋਵੇਗੀ, ਕਾਮਨਾਵਾਂ ਪੂਰਨ ਹੋਣਗੀਆਂ, ਧਰਮ ਅਰਥ ਕਾਮ ਮੋਖ ਦੀ ਪ੍ਰਾਪਤੀ ਹੋਵੇਗੀ। ਸੰਗਤ ਜੀ ਇੱਥੇ ਹੀ ਅਧਿਆਇ ਸਮਾਪਤ ਹੁੰਦਾ ਹੈ। ਆਉਣ ਵਾਲਾ ਇਤਿਹਾਸ ਕੱਲ੍ਹ ਦੀਆਂ ਦੀਵਾਨਾਂ ਵਿੱਚ ਸ਼ਰਵਣ ਕਰਾਂਗੇ। ਜਦੋਂ ਪ੍ਰਿਥੀਆ ਚੰਦ ਹੋਰ ਕੋਜੀ ਚਾਲ ਚੱਲੇਗਾ, ਇੱਕ ਬ੍ਰਾਹਮਣ ਦੇ ਕੋਲ ਦਹੀਂ ਘੱਲੇਗਾ, ਦਹੀਂ ਵਿੱਚ ਜ਼ਹਿਰ ਪਾਈ ਹੋਵੇਗੀ, ਔਰ ਧੰਨ ਗੁਰੂ ਅਰਜਨ ਦੇਵ ਜੀਆਂ ਦੇ ਘਰ ਵਿਖੇ ਜੋ ਬਾਲਕ ਹਰਗੋਬਿੰਦ ਹੈ ਉਸ ਨੂੰ ਛਕਾ ਕਰਕੇ ਮਾਰਨਾ ਚਾਹੇਗਾ। ਆਉਣ ਵਾਲੇ ਇਤਿਹਾਸ ਵਿੱਚ ਸ਼ਰਵਣ ਕਰਾਂਗੇ। ਇੱਥੇ ਹੀ ਵਿਸ਼ਰਾਮ ਲੈਂਦੇ ਹਾਂ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਗੁਰੂ का ਇਤਿਹਾਸ, ਗੁਰੂ का ਸ਼ਬਦ ਜਾਣ ਕਰਕੇ ਹਿਰਦਿਆਂ ਵਿੱਚ ਵਸਾਉਣਾ, ਤਾਂ ਜੋ ਸਾਡਾ ਲੋਕ ਅਤੇ ਪਰਲੋਕ ਸਵਰ ਸਕੇ। ਆਓ ਆਨੰਦ ਸਾਹਿਬ ਦੀ ਗੁਰਬਾਣੀ ਨਾਲ ਜੁੜੀਏ, ਸਮਾਪਤੀ ਕਰੀਏ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਕਾ ਪਾਇਆ ਸਹਿਜ ਸੇਤੀ। ਅਨ ਬੱਚੀਆਂ ਬਖਾਈਆਂ ਰਾਗ ਰਤਨ ਪਰਵਾਰ ਭਰੀਆ, ਸਬਦ ਗਾਵਨ ਆਇਆ, ਸਬਦੋ ਤਾ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਸਰਨਾ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਬੱਲਾ ਸਮਰੱਥ ਸੁਆਮੀ, ਸੋ ਕਿਉ ਮਨ ਹੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬ ਆਗਿਆ ਨਾਹੀ ਕਰ ਤੇਰਾ, ਕਰਤਾ ਤੇਰਾ ਸਭ ਕੁਛ ਹੈ, ਜਿਸ ਦੇ ਸੋ ਪਾਵੈ। ਸਦਾ ਸਿਫਤ ਸਲਾਮ ਤੇਰੀ ਨਾਮ ਮਨ ਵਸਾਵੈ। ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ, ਕਾਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ। ਪਰ ਸਾਤ ਸੁਖ ਮਨ ਆਇ ਵਸਿਆ, ਜਿਨ ਇੱਛਾ ਸਾਧ ਪੁਜਾਈਆ। ਸਦਾ ਕੁਰਬਾਨ ਕੀਤਾ ਗੁਰ ਵਿਟੋ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਨੋ ਸੰਤ ਸਬਦ ਕਰਹੁ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਤ ਘਰ ਸੁਭਾਗੈ, ਘਰ ਸੁਭਾਗੈ, ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ। ਪੰਜ ਦੂਤ ਤੁਤ ਵਸ ਕੀਤੇ ਕਾਲ ਕੰਟਕ ਮਾਰਿਆ, ਗੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੀ। ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ, ਅਨੰਦ ਸੁਨਹੁ ਬੜ ਭਾਗੀ ਹੋ ਸਗਲ ਮਨੋਰਥ ਪੂਰੇ। ਔਰ ਬ੍ਰਹਮ ਪ੍ਰਪਾਇਆ ਪਾਇਆ ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪੇ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਭ ਸੇ ਪੂਰੇ ਗੁਰ ਤੇ ਜਾਣੀ, ਸੁਣਤੇ ਪ੍ਰਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ। ਬਿਨ ਵਕ
ਅੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਦਿਵਸ ਰਾਤ ਹੋਏ ਦਾਈ ਕਾਇਆ ਮਿਲੈ ਸਕਲ ਜਗਤ ਵਿਆਇਆ ਬੁਰਿਆਈਆ ਵਰਜੈ ਧਰਮ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੇ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।